सतगुर की जिसनो मत आवे सो सतगुर माहे समाना। एह बाणी जो जियो जाने तिस अंतर रवे हर नामा। बाणी गुरु गुरु है बाणी बिच बाणी अमृत सारे। गुर बाणी कहे सेवक जन माने। परतख गुरु निस्तारे। बाणी बिरलो विचार सी। जे को गुरमुख होए एह बाणी महापुरख की। निज घर वासा होए बाल जवानी अर बिरद फुन। तीन अवस्था जान कहो नानक हर भजन बिन। बिरथा सब ही मान करनो हो तो सो ना कियो। पर्यो लोभ के फंद नानक समयो रम गयो। अब क्यों रोवत अंध करनो हो तो सो ना कियो। पर्यो लोभ के फंद नानक समयो रम गयो। अब क्यों रोवत अंध वाहिगुरु जी का खालसा वाहिगुरु जी की फतेह। श्लोक महला नौवां। इस बाणी दे विचों दो श्लोकां दा पाठ आप जी ने सरवण किया है। इन्हां श्लोकां दी विचार भाई तेजपाल सिंह जी
ਕੁਰੂਕਸ਼ੇਤਰ ਵਾਲੇ ਆਪ ਜੀ ਨੂੰ ਸਰਵਣ ਕਰਵਾਉਣਗੇ। ਇੱਕ ਦਿਨ ਦਾ ਉਹਨਾਂ ਦਾ ਸਮਾਂ ਹੈ ਸਾਡੇ ਪਾਸ। ਪ੍ਰਬੰਧਕ ਸੇਵਾਦਾਰਾਂ ਵੱਲੋਂ ਭਾਈ ਸਾਹਿਬ ਜੀ ਦਾ ਧੰਨਵਾਦ। ਅੱਜ ਨੌਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ ਤਿਆਗ ਵੈਰਾਗ ਦੀ ਮੂਰਤ, ਧਰਮ ਦੀ ਤੁਜਾ, ਧਰਮ ਰੱਖਿਅਕ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਤੇ ਸ਼੍ਰੋਮਣੀ ਭਗਤ ਧੰਨਾ ਜੀ ਦਾ ਪਵਿੱਤਰ ਜਨਮ ਦਿਹਾੜਾ ਹੈ। ਆਪ ਸਾਰੀਆਂ ਸੰਗਤਾਂ ਨੂੰ ਸਮੂਹ ਨਾਨਕ ਨਾਮ ਲੇਵਾ ਸੰਸਾਰ ਨੂੰ ਲੱਖ ਲੱਖ ਵਧਾਈਆਂ। ਅੱਜ ਸ਼ਾਮ ਨੂੰ ਭਾਰਤ ਸਰਕਾਰ ਵੱਲੋਂ ਜੋ ਗੁਰੂ ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ 2 ਰੋਜ਼ਾ ਸਮਾਗਮ ਉਲੀਕੇ ਹਨ। ਅੱਜ ਉਸ ਦੇ ਦੂਸਰੇ ਦਿਨ ਦੇ ਦੀਵਾਨ ਕੱਲ੍ਹ ਦੀ ਹੀ ਤਰ੍ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਛਤਰ ਛਾਇਆ ਦੇ ਹੇਠ ਸਜਣਗੇ। 6:30 ਵਜੇ ਤੋਂ ਲੈ ਕੇ ਰਾਤ 10:30 ਵਜੇ ਤੱਕ ਇਹ ਸਮਾਗਮ ਹੋਣੇ ਹਨ। ਕਹਿਬੇ ਕੋਈ ਸ਼ੋਭਾ ਨਹੀਂ, ਦੇਖਾ ਹੀ ਪ੍ਰਵਾਨ। ਜਿਨ੍ਹਾਂ ਨੇ ਰਾਤ ਆਨੰਦ ਮਾਣਿਆ ਹੈ ਉਹ ਉਸ ਆਨੰਦ ਨੂੰ ਦੂਜਿਆਂ ਦੇ ਨਾਲ ਜ਼ਰੂਰ ਸਾਂਝਾ ਕਰਨ। ਆਪਾਂ ਵਹੀਰਾਂ ਘੱਤ ਕੇ ਆਈਏ। ਖਾਸ ਕਰਕੇ ਮੈਂ ਹਿੰਦੂ ਵੀਰਾਂ ਨੂੰ ਵੀ ਬੇਨਤੀ ਕਰਾਂਗਾ, ਜਿੰਨੀ ਵੱਡੀ ਤੁਹਾਡੀ ਆਸਥਾ ਹੈ ਗੁਰੂ ਪਾਤਸ਼ਾਹ ਮਹਾਰਾਜ ਤੇ, ਆਪ ਜੀ ਸਾਰੇ ਆਓ। ਇਹ ਕੇਵਲ ਸਿੱਖਾਂ ਦਾ ਸਮਾਗਮ ਨਹੀਂ ਹੈ, ਇਹ ਤਾਂ ਹਰ ਭਾਰਤ ਵਾਸੀ ਦਾ ਹੈ ਪ੍ਰੋਗਰਾਮ ਹੈ। ਭਾਰਤ ਸਰਕਾਰ ਨੇ ਗੁਰੂ ਨੌਵੇਂ ਪਾਤਸ਼ਾਹ ਜਿਨ੍ਹਾਂ ਨੇ 1675 ਵਿੱਚ ਹਿੰਦੁਸਤਾਨ ਨਹੀਂ ਹਿੰਦੂ ਨੂੰ ਬਚਾਇਆ ਸੀ, ਕਿਉਂਕਿ ਜੇ ਹਿੰਦੂ ਹੀ ਖਤਮ ਹੋ ਜਾਂਦੇ ਤਾਂ ਹਿੰਦੁਸਤਾਨ ਨਹੀਂ ਸੀ ਬਚ ਸਕਦਾ। ਸੋ ਇਸ ਮੁਲਕ ਦੀ ਜਿਹੜੀ ਆਜ਼ਾਦ ਪ੍ਰਭੂ ਸਤਾ ਹੈ ਉਹਦੇ ਸ਼ਹੀਦ ਹਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਕੀਤੀ। ਔਰ ਇਹ ਗੱਲ ਰਾਤ ਹਿੰਦੁਸਤਾਨ ਦੇ ਹੋਮ ਮਿਨਿਸਟਰ ਲਾਲ ਕਿਲ੍ਹੇ ਦੇ ਉਸ ਸਥਾਨ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਸੰਗਤ ਦੀ 5 ਪਿਆਰਿਆਂ ਦੀ ਹਾਜ਼ਰੀ ਵਿੱਚ ਮੰਨ ਕੇ ਗਏ ਨੇ ਕਿ ਇਹ ਕੌਣ ਨਹੀਂ ਜਾਣਦਾ ਹਿੰਦੁਸਤਾਨ ਵਿੱਚ ਕਿ ਅਗਰ ਅੱਜ ਹਿੰਦੁਸਤਾਨ ਜਾਂ ਹਿੰਦੂ ਹੈ ਤਾਂ ਉਹਦੇ ਵਾਸਤੇ ਸਭ ਤੋਂ ਵੱਡਾ ਬਲੀਦਾਨ ਗੁਰੂ ਸਾਹਿਬਾਨਾਂ ਦਾ ਹੈ, ਕੁਰਬਾਨੀਆਂ ਨੇ, ਸ਼ਹਾਦਤਾਂ ਨੇ। ਸੋ ਸਾਡੇ ਵਾਸਤੇ ਬੜੇ ਮਾਣ ਦੀ ਗੱਲ ਹੈ ਕਿ ਆਪਾਂ ਅੱਜ ਉਸ ਸਮਾਗਮ ਦਾ ਹਿੱਸਾ ਬਣੀਏ। ਅੱਜ ਵਿਸ਼ੇਸ਼ ਉਹਦੇ ਵਿੱਚ ਆਕਰਸ਼ਣ ਹੋਏਗਾ ਜੋ 400 ਗੁਰੂ ਕੇ ਕੀਰਤਨੀਏ ਇਕੱਠੇ ਬੈਠ ਕੇ ਕੀਰਤਨ ਕਰਨਗੇ। ਜਿਵੇਂ ਰਾਤ ਕੱਲ੍ਹ 400 ਬੱਚਿਆਂ ਨੇ ਜੋ ਸਾਡੇ ਸਕੂਲਾਂ ਦੇ ਬੱਚੇ ਹਨ ਉਹਨਾਂ ਨੇ ਕੀਰਤਨ ਕੀਤਾ ਸੀ। ਅੱਜ ਪ੍ਰਧਾਨ ਮੰਤਰੀ ਜੀ ਨੇ ਆਉਣਾ ਹੈ, ਉਹਨਾਂ ਨੇ ਵੀ ਆ ਕੇ ਗੁਰੂ ਦੀ ਹਜ਼ੂਰੀ ਵਿੱਚ ਮੱਥਾ ਟੇਕਣਾ ਹੈ, ਆਪ ਸੰਗਤ ਵਿੱਚ ਬੈਠਣਾ ਹੈ, ਆਪ ਸੰਗਤ ਦੇ ਦਰਸ਼ਨ ਕਰਨੇ ਨੇ। ਔਰ ਉੱਥੇ ਇੱਕ ਡਾਕ ਟਿਕਟ ਅਤੇ ਇੱਕ ਸਿੱਕਾ ਗੁਰੂ ਨੌਵੇਂ ਪਾਤਸ਼ਾਹ ਜੀ ਦੇ ਨਾਮ ਤੋਂ ਜਾਰੀ ਕੀਤਾ ਜਾਣਾ ਹੈ।
ਹੋਰ ਵੀ ਕੱਲ ਦੱਸਿਆ ਗਿਆ ਕਿ ਬਹੁਤ ਸਾਰੀਆਂ ਧਾਰਮਿਕ ਕਿਤਾਬਾਂ ਖਾਸ ਕਰਕੇ ਗੁਰੂ ਨੌਵੇਂ ਪਾਤਸ਼ਾਹ ਜੀ ਦੇ ਜੀਵਨ ਸਿੱਖੀ ਦੇ ਪਰਤਾਏ ਅੱਜ ਉੱਥੇ ਸਮਰਪਿਤ ਕੀਤੀਆਂ ਜਾਣਗੀਆਂ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਜੇ ਬੰਬਈ ਦੀ ਮੁੰਬਈ ਹੋ ਸਕਦੀ ਹੈ, ਜੇ ਮਦਰਾਸ ਦੀ ਚੇਨਈ ਹੋ ਸਕਦੀ ਹੈ, ਜੇ ਇਲਾਹਾਬਾਦ ਦਾ ਪ੍ਰਯਾਗਰਾਜ ਹੋ ਸਕਦਾ ਹੈ, ਤਾਂ ਦਿੱਲੀ ਦਾ ਗੁਰੂ ਤੇਗ ਬਹਾਦਰ ਨਗਰ ਕਿਉਂ ਨਹੀਂ ਹੋ ਸਕਦਾ। ਇਹ ਵੱਡੀਆਂ ਗੱਲਾਂ ਹੋਣਗੀਆਂ। ਖਾਲਸਾ ਡੇ ਵੈਸਾਖੀ ਨੂੰ ਐਲਾਨਣਾ ਚਾਹੀਦਾ ਹੈ। ਜੇ ਦੁਨੀਆ ਸਿੱਖਾਂ ਤੇ ਮਾਣ ਕਰਦੀ ਹੈ ਤੇ ਜੇ ਇਸ ਮੁਲਕ ਦੇ ਜੋ ਰਾਤੀ ਮੈਂ ਸੁਣਿਆ ਲਾਈਵ, ਤੁਸੀਂ ਵੀ ਸੁਣਿਆ ਕਿ ਜੇ ਇਹ ਸੱਚ ਹੈ ਕਿ ਇਸ ਹਿੰਦੁਸਤਾਨ ਦੀ ਆਜ਼ਾਦ ਪ੍ਰਭੂ ਸੱਤਾ ਵਾਸਤੇ ਗੁਰੂ ਸਾਹਿਬਾਨਾਂ ਦੀਆਂ ਸ਼ਹਾਦਤਾਂ, ਗੁਰੂ ਕੇ ਲਾਲਾਂ ਦੀਆਂ ਸ਼ਹਾਦਤਾਂ ਜਿਹੜੀਆਂ ਨੇ, ਇਹ ਇਸ ਨੂੰ ਆਜ਼ਾਦ ਰੱਖਿਆ ਹੈ, ਤਾਂ ਫਿਰ ਇੱਕ ਦਿਨ ਖਾਲਸੇ ਦਾ ਬਣਦਾ ਹੈ। ਐਸੀਆਂ ਹੋਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ। ਮੇਰੀ ਹਮੇਸ਼ਾ ਬੇਨਤੀ ਹੁੰਦੀ ਕਿ ਸਿੱਖ ਲਈ ਕੁਛ ਨਾ ਕਰੋ, ਪਰ ਸਿੱਖੀ ਵਾਸਤੇ ਜੇ ਤੁਸੀਂ ਕੋਈ ਵੀ ਵਿਅਕਤੀ ਕੁਛ ਕਰੇਗਾ ਤਾਂ ਇਤਿਹਾਸ ਵਿੱਚ ਉਹਦਾ ਨਾਮ ਜਿਹੜਾ ਹੈ ਬੜੇ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਏਗਾ। ਗੁਰੂ ਨੌਵੇਂ ਪਾਤਸ਼ਾਹ ਜੀ ਦੇ ਨਾਮ ਤੋਂ ਯੂਨੀਵਰਸਿਟੀ ਹੋਣੀ ਚਾਹੀਦੀ ਹੈ। ਕੋਈ ਆਲ ਇੰਡੀਆ ਮੈਡੀਕਲ ਵਰਗਾ ਹਸਪੀਟਲ ਹੋਣਾ ਚਾਹੀਦਾ ਹੈ। ਖਾਸ ਕਰਕੇ ਉਹ ਭਾਈ ਕਿਰਪਾ ਰਾਮ ਜਿਹੜਾ ਗੁਰੂ ਨੌਵੇਂ ਪਾਤਸ਼ਾਹ ਜੀ ਦੇ ਹਜ਼ੂਰ ਵਫਦ ਲੈ ਕੇ ਆਉਂਦਾ ਹੈ, ਫਿਰ ਇੱਥੇ ਆ ਕੇ ਉਹ ਅੰਮ੍ਰਿਤ ਵੀ ਛਕਦਾ ਹੈ, ਚਮਕੌਰ ਦੀ ਗੜੀ ਵਿੱਚ ਸ਼ਹਾਦਤ ਵੀ ਪਾਉਂਦਾ ਹੈ। ਉਹਦੀ ਵੀ ਨਾਮ ਦੀ ਯਾਦਗਾਰ ਸਾਨੂੰ ਗੁਰੂ ਨੌਵੇਂ ਪਾਤਸ਼ਾਹ ਜੀ ਦੀ ਸ਼ਤਾਬਦੀ ਦੇ ਨਾਲ ਸੰਬੰਧਿਤ ਬਣਾਉਣੀ ਚਾਹੀਦੀ ਹੈ। ਔਰ ਖਾਸ ਕਰਕੇ ਜਿਹੜਾ 25(2)B ਜਿਹੜਾ ਕਾਨੂੰਨ ਹੈ ਉਹਨੂੰ ਖਤਮ ਕਰਨਾ ਚਾਹੀਦਾ ਹੈ। ਮੰਨਣਾ ਚਾਹੀਦਾ ਹੈ ਕਿ ਸਿੱਖ ਧਰਮ, ਸਿੱਖ ਕੌਮ ਇੱਕ ਵੱਖਰੀ ਕੌਮ ਹੈ। ਐਸੀਆਂ ਗੱਲਾਂ ਕਰਨ ਨਾਲ ਸਿੱਖਾਂ ਦੇ ਵਿੱਚ ਬਹੁਤ ਵੱਡਾ ਮਾਣ ਵਧੇਗਾ ਕਿ ਜਿਸ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਵਾਸਤੇ ਅਸੀਂ 95-96% ਕਾਲੇ ਪਾਣੀ ਦੀਆਂ ਸਜ਼ਾਵਾਂ ਭੁਗਤੀਆਂ ਨੇ, ਫਾਂਸੀ ਦੇ ਰੱਸੇ ਚੁੰਮੇ ਨੇ, ਅਸੀਂ ਸ਼ਹਾਦਤਾਂ ਦਿੱਤੀਆਂ ਨੇ। ਖਾਸ ਕਰਕੇ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ ਤੇ ਬਟਵਾਰਾ ਜਿਹੜਾ ਹੈ ਉਹ ਪੰਜਾਬ ਦਾ ਹੋਇਆ, ਹਿੰਦੁਸਤਾਨ ਦਾ ਨਹੀਂ ਹੋਇਆ। ਉਹਦੇ ਵਿੱਚ ਭਾਵੇਂ ਹਿੰਦੂ ਹੋਵੇ, ਭਾਵੇਂ ਸਿੱਖ ਹੋਵੇ, ਭਾਵੇਂ ਮੁਸਲਮਾਨ ਹੋਵੇ, ਲੱਖਾਂ ਲੋਕ, ਲੱਖਾਂ ਦਾ ਮਤਲਬ ਲੱਖਾਂ ਕਹਿ ਰਿਹਾ ਮੈਂ, ਲੱਖਾਂ ਲੋਕ ਇੱਕ ਦੂਜੇ ਦੇ ਵੱਢੇ ਗਏ, ਵੱਢ ਦਿੱਤੇ ਗਏ। ਅਜੇ ਤੱਕ ਉਹ ਰੋਸ ਜਿਹੜਾ ਹੈ ਉਹ ਰਿਸਦਾ ਹੈ, ਜਿਵੇਂ ਕੋਈ ਜ਼ਖਮ ਦੇ ਵਿੱਚੋਂ ਖੂਨ ਰਿਸਦਾ ਹੋਵੇ। ਸੋ ਇਹੋ ਜਿਹੀਆਂ ਗੱਲਾਂ, ਬਹੁਤ ਵੱਡੀਆਂ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਸਕਦੀਆਂ ਨੇ, ਕਰਨੀਆਂ ਚਾਹੀਦੀਆਂ ਨੇ। ਔਰ ਖਾਸ ਕਰਕੇ ਰਾਜ ਸਭਾ ਦੇ ਵਿੱਚ ਸਿੱਖਾਂ ਦੀ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ। ਫੌਜ ਦੇ ਵਿੱਚ, ਪੈਰਾ ਮਿਲਟਰੀ ਫੋਰਸ ਦੇ ਵਿੱਚ, ਹਰ ਸਟੇਟ ਦੇ ਵਿੱਚ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ। ਔਰ ਇਹ ਕਾਨੂੰਨ ਹੋਣਾ ਚਾਹੀਦਾ, ਜੇ ਅਮਰੀਕਾ ਕੈਨੇਡਾ 'ਚ ਕਾਨੂੰਨ ਹੋ ਸਕਦਾ ਹੈ ਕਿ ਜਿਹੜਾ ਸਿੱਖਾਂ ਦੀ ਪੱਗ ਦੀ, ਕੇਸਾਂ ਦੀ ਬੇਅਦਬੀ ਕਰੇਗਾ ਉਹਨੂੰ ਖਾਸ ਸਜ਼ਾ ਹੋਵੇਗੀ। ਇਹ ਪ੍ਰਾਵਧਾਨ ਹੋਣਾ ਚਾਹੀਦਾ ਹੈ, ਕਿਉਂਕਿ ਜਿਹੜੀ ਦਸਤਾਰ ਹੈ ਇਹ ਖਾਲਸੇ ਦਾ ਇਹ ਤਾਜ ਹੈ। ਸੱਚੇ ਪਾਤਸ਼ਾਹ ਨੇ ਸਾਨੂੰ ਸਾਬਤ ਸੂਰਤ ਦਸਤਾਰ ਸਿਰਾਂ ਦੀਆਂ ਇਹ ਬਖਸ਼ਿਸ਼ਾਂ ਸਾਡੇ 'ਤੇ ਕੀਤੀਆਂ ਨੇ। ਸੋ ਐਸੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਨੂੰ ਅਗਰ ਵਕਤ ਦੀ ਹਕੂਮਤ ਕਰਦੀ ਹੈ ਤਾਂ ਸਿੱਖਾਂ ਦਾ ਇੱਕ ਸੁਭਾਅ ਹੈ ਕਿ ਜੇ ਕੋਈ ਸੁੱਚਾ ਆਨੰਦ ਹੋਵੇ, ਨਫ਼ਰਤ ਕਰੇ, ਤੇ ਉਹਨੂੰ ਅਸੀਂ ਝੂਠਾ ਆਨੰਦ ਕਹਿੰਦੇ ਹਾਂ। ਸਾਡੀ ਤਵਾਰੀ ਕਹਿੰਦੀ ਹੈ ਕੋਈ ਪਰਮਾਨੰਦ ਵਰਗਾ ਪੰਡਤ ਹੋਵੇ ਤੇ ਫਿਰ ਅਸੀਂ ਉਹਨੂੰ ਪੰਮਾ ਪ੍ਰੋਤ ਕਹਿੰਦੇ ਹਾਂ, ਅਸੀਂ ਉਹਨੂੰ ਸਿੱਧਾ ਨਹੀਂ ਬੋਲਦੇ। ਪਰ ਜੇ ਕੋਈ ਦੀਵਾਨ ਕੌੜਾ ਮੱਲ ਵਰਗਾ ਸਾਨੂੰ ਪਿਆਰ ਕਰਦਾ ਹੈ, ਅਸੀਂ ਉਹਨੂੰ ਕੌੜਾ ਮੱਲ ਨਹੀਂ ਕਹਿੰਦੇ।
ਫਿਰ ਅਸੀਂ ਉਹਨੂੰ ਦੀਵਾਨ ਮਿੱਠਾ ਮੱਲ ਕਹਿੰਦੇ ਆ। ਸਿੱਖ ਬਹੁਤ ਪਿਆਰ ਕਰਦੇ ਨੇ ਜਿਹੜਾ ਸਿੱਖੀ ਦਾ ਸਤਿਕਾਰ ਕਰਦਾ ਹੈ। ਸੋ ਇਹ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕਰਨੀਆਂ ਬਣਦੀਆਂ ਨੇ, ਔਰ ਅਗਰ ਇਹ ਹੋ ਜਾਣ ਤਾਂ ਸਿੱਖਾਂ ਦੇ ਵਾਸਤੇ ਵੀ ਮੈਂ ਸਮਝਦਾ ਕਿ ਬੜੇ ਮਾਣ ਦੀ ਗੱਲ ਹੈ। ਸਾਨੂੰ ਵੀ ਇਸ ਹਿੰਦੁਸਤਾਨ ਦੀ ਆਜ਼ਾਦੀ ਦਾ ਕੁਝ ਹੱਕ ਜਿਹੜਾ ਉਹ ਮਹਿਸੂਸ ਹੋਵੇਗਾ ਕਿ ਜੇ ਸਭ ਕੁਝ ਛੱਡ ਕੇ ਅਸੀਂ ਇਹ ਫੈਸਲਾ ਕੀਤਾ ਸੀ, ਆਪਣੀ ਤਕਦੀਰ ਲਿਖੀ ਸੀ ਹਿੰਦੁਸਤਾਨ ਦੇ ਨਾਲ, ਤਾਂ ਇਹ ਸਾਡੇ ਬਜ਼ੁਰਗਾਂ ਨੇ ਠੀਕ ਫੈਸਲਾ ਲਿਆ ਸੀ ਉਸ ਵੇਲੇ। ਸੋ ਅਗਲੇ ਸਮੇਂ ਵਾਸਤੇ ਗੁਰਬਾਣੀ ਦੀ ਵਿਚਾਰ ਸਰਵਣ ਕਰੀਏ। ਇੱਕ ਵਾਰ ਫਿਰ ਗੁਰੂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਤੇ ਭਗਤ ਧੰਨਾ ਜੀ ਦੇ ਪਵਿੱਤਰ ਜਨਮ ਦਿਹਾੜੇ ਦੀਆਂ, ਗੁਰੂ ਦੇ ਗੁਰਪੁਰਬ ਦੀਆਂ ਆਪ ਸਮੂਹ ਸੰਗਤਾਂ ਨੂੰ, ਸਮੂਹ ਨਾਨਕ ਨਾਮ ਲੇਵਾ ਸੰਸਾਰ ਨੂੰ ਲੱਖ 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 ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ, ਧੰਨ ਵਾਹਿਗੁਰੂ ਸਾਹਿਬ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾਇਆ ਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨੀ ਨਾਮ ਅਰਾਧਿਆ, ਆਪ ਤਰਿਆ ਜਿਨਾ ਡਿਠਾ ਤਿਨੀ ਲਏ ਛਡਾਏ। ਹਰ ਸਤਿਗੁਰ ਮਿਲਹੁ ਦਇਆ ਕਰ, ਜਨ ਨਾਨਕ ਧੋਵਹਿ ਪਾਏ। ਧੰਨ 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 ਜਨ ਆਇਆ, ਜਿਹ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਜੁਗ ਹੋ ਜੁਗ ਅਟਲ, ਚਵਰ ਛਤਰ ਤਖਤਾਂ ਦੇ ਮਾਲਕ, ਵਾਲੀਏ ਕੁਲ ਆਲਮ, ਸ਼ਬਦਾ ਅਵਤਾਰ, ਸਰਬ ਸਾਂਝੀ ਵਾਲਤਾ ਦੇ ਰਹਿਬਰ, ਗਰੀਬ ਨਵਾਜ ਸਤਿਗੁਰੂ ਸਾਹਿਬ,
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਮਨੁੱਖਾ ਜਨਮ ਸਵਾਸਾਂ ਨੂੰ ਸਫਲਿਆਂ ਕਰ ਰਹੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਮਿਹਰਾਮਤ ਦਾ ਸਦਕਾ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹਨ। ਅੱਜ ਦਾ ਇਹ ਪੁਰਬ ਬਹੁਤ ਹੀ ਵਿਸ਼ੇਸ਼ ਮਹੱਤਤਾ ਰੱਖਦਾ ਹੈ, ਕਿਉਂਕਿ ਜਿਸ ਤਰ੍ਹਾਂ ਆਪ ਜੀ ਨੇ ਸਿੰਘ ਸਾਹਿਬ ਜੀ ਪਾਸੋਂ ਸ਼ਰਵਨ ਕੀਤਾ ਹੈ, ਅੱਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ 401ਵਾਂ ਜੋ ਪ੍ਰਕਾਸ਼ ਆਗਮਨ ਪੁਰਬ ਹੈ, ਉਸ ਦੇ ਨਾਲ ਹੀ ਭਗਤ ਸ਼੍ਰੋਮਣੀ ਭਗਤ ਧੰਨਾ ਜੀ ਦਾ ਵੀ ਜਨਮ ਦਿਹਾੜਾ ਹੈ। ਸੋ ਸਭ ਤੋਂ ਪਹਿਲਾਂ ਆਪ ਸਮੂਹ ਸਾਧ ਸੰਗਤ ਜੀ ਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅਤੇ ਭਗਤ ਧੰਨਾ ਜੀ ਦੇ ਜੋ ਆਗਮਨ ਅਤੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ, ਵਧਾਈਆਂ। ਸਮੇਂ ਨੇ ਕਰਵਟ ਲਈ ਹੈ। ਤੁਸੀਂ ਦੇਖੋ, ਪਰਮੇਸ਼ਵਰ ਨੇ ਕਲਾ ਵਰਤਾਈ ਹੈ। ਗੁਰੂ ਨੇ ਆਪ ਆਪਣਾ ਜੋ ਸਿਧਾਂਤ ਹੈ ਉਸ ਨੂੰ ਕਾਇਮ ਕਰਨ ਵਾਸਤੇ ਅੱਜ ਹੁਕਮਰਾਨਾਂ ਦੇ ਉੱਤੇ ਵੀ ਆਪਣਾ ਪ੍ਰਭਾਵ ਜੋ ਹੈ ਉਹ ਨਜ਼ਰ ਆਉਂਦਾ ਹੈ। ਕਿਸ ਪ੍ਰਕਾਰ ਅੱਜ ਹਕੂਮਤਾਂ ਵੀ ਮਜਬੂਰ ਹੋਈਆਂ ਹਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਗਮਨ ਪ੍ਰਕਾਸ਼ ਦਿਹਾੜਿਆਂ ਨੂੰ, ਪੁਰਬਾਂ ਨੂੰ ਮਨਾਉਣ ਦੇ ਵਾਸਤੇ। ਇਹ ਬਹੁਤ ਖੁਸ਼ੀ ਦੀ ਗੱਲ ਹੈ, ਬਹੁਤ ਮਾਣ ਵਾਲੀ ਗੱਲ ਹੈ। ਕੱਲ੍ਹ ਜਿਸ ਵਕਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਾਹੀ ਸਵਾਰਾ ਸ਼ਾਨੋ ਸ਼ੌਕਤ ਦੇ ਨਾਲ ਲਾਲ ਕਿਲੇ ਦੇ ਉੱਤੇ ਆ ਰਿਹਾ ਸੀ, ਉਸ ਸਮੇਂ ਹਰ ਗੁਰਸਿੱਖ ਇਹ ਦੇਖ ਕਰਕੇ ਫਖਰ ਮਹਿਸੂਸ ਕਰਦਾ ਸੀ, ਮਾਣ ਮਹਿਸੂਸ ਕਰ ਰਿਹਾ ਸੀ ਕਿ ਦੇਖੋ, ਇਹ ਉਹੀ ਜਗ੍ਹਾ ਹੈ ਜਿੱਥੇ ਕਿਸੇ ਵਕਤ ਜ਼ਾਲਮ ਹੁਕਮਰਾਨ ਜਿਸ ਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸੀਸ ਨੂੰ ਉਤਾਰਨ ਦਾ, ਕਲਮ ਕਰਨ ਦਾ ਹੁਕਮ ਨਾਜ਼ਿਲ ਕੀਤਾ ਸੀ। ਤੇ ਇਹ ਉਹੀ ਅਸਥਾਨ ਹੈ ਜਿੱਥੇ ਅੱਜ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਸਮੁੱਚਾ ਭਾਰਤ ਖੰਡ, ਸਮੁੱਚਾ ਸਿੱਖ ਜਗਤ ਤੇ ਉਸੇ ਲਾਲ ਕਿਲੇ ਦੇ ਉੱਤੇ ਬੈਠੇ ਹੋਏ ਹੁਕਮਰਾਨ, ਦਿੱਲੀ ਦੇ ਤਖਤ ਤੇ ਬੈਠੇ ਹੋਏ ਹੁਕਮਰਾਨ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਦਿਹਾੜਾ ਮਨਾ ਰਹੇ ਹਨ। ਵਕਤ ਬਦਲਿਆ ਹੈ, ਵਿਚਾਰ ਬਦਲੀ ਹੈ। ਸੋ ਇਹ ਪਰਮੇਸ਼ਵਰ ਦੀ ਸੱਤਾ ਦਾ, ਪਰਮੇਸ਼ਵਰ ਦੇ ਜੋ ਹੁਕਮ ਹੈ ਕਿ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜੋ ਸਿਧਾਂਤ ਹੈ, ਜੋ ਉਪਦੇਸ਼ ਹੈ, ਉਹ ਹਰ ਇੱਕ ਇਨਸਾਨ ਮਨੁੱਖ ਮਾਤਰ ਦੇ ਵਾਸਤੇ ਹੈ। ਇਸ ਕਰਕੇ ਬੜੀ ਚੰਗੀ ਗੱਲ ਹੈ ਜੋ ਭਾਰਤ ਖੰਡ ਦੇ ਹੁਕਮਰਾਨਾਂ ਨੂੰ ਇਸ ਗੱਲ ਦੀ ਸੋਝੀ ਆਈ ਹੈ, ਸਮਝ ਆਈ ਹੈ। ਸਮੁੱਚੇ ਭਾਰਤ ਵਰਸ਼ ਦੇ ਵਾਸਤੇ, ਸਮੁੱਚੇ ਰਾਸ਼ਟਰ ਹਿੱਤ ਦੇ ਵਿੱਚ ਇਹ ਬਹੁਤ ਵੱਡਾ ਉਪਰਾਲਾ ਹੈ। ਮੈਂ ਸਮਝਦਾ ਹਾਂ ਬਈ ਇਹ ਇੱਕ ਸੱਚੇ ਤੇ ਸੁੱਚੇ ਇਨਸਾਨ ਦਾ ਫਰਜ਼ ਹੋਇਆ ਕਰਦਾ ਹੈ। ਜਦੋਂ ਕੋਈ ਹੁਕਮਰਾਨ ਜਾਂ ਹਕੂਮਤਾਂ ਕੋਈ ਮਾੜਾ ਕੰਮ ਕਰਦੀਆਂ ਹਨ ਤੇ ਉਹਨਾਂ ਦੀ ਖੁੱਲ੍ਹ ਕੇ ਆਲੋਚਨਾ ਹੋਣੀ ਚਾਹੀਦੀ ਹੈ। ਮਾੜੇ ਕੰਮ ਦੀ ਖੁੱਲ੍ਹ ਕੇ ਆਲੋਚਨਾ ਹੋਣੀ ਚਾਹੀਦੀ ਹੈ, ਵਿਰੋਧ ਹੋਣਾ ਚਾਹੀਦਾ ਹੈ। ਪਰ ਜਦੋਂ ਕੋਈ ਚੰਗਾ ਕੰਮ ਹੋਵੇ ਉਹਦਾ ਉਸੇ ਤਰ੍ਹਾਂ ਸ਼ਲਾਘਾ ਵੀ ਹੋਣੀ ਚਾਹੀਦੀ ਹੈ। ਅਗਰ ਅਸੀਂ ਵਿਰੋਧ ਖੁੱਲ੍ਹ ਕੇ ਨਹੀਂ ਕਰਦੇ ਕਿਸੇ ਮਾੜੇ ਕੰਮ ਦਾ ਤੇ ਉੱਥੇ ਵੀ ਅਸੀਂ ਆਪਣੇ ਇਨਸਾਨੀ ਫਰਜ਼ ਤੋਂ ਮੁਨਕਰ ਹੋ ਰਹੇ ਹਾਂ। ਤੇ ਅਗਰ ਕਿਸੇ ਚੰਗੇ ਕੰਮ ਦੀ ਅਸੀਂ ਖੁੱਲ੍ਹ ਕੇ ਸ਼ਲਾਘਾ ਨਹੀਂ ਕਰਦੇ ਤੇ ਉੱਥੇ ਵੀ ਅਸੀਂ ਆਪਣੇ ਇਨਸਾਨ ਹੋਣ ਦਾ ਫਰਜ਼ ਜਿਹੜਾ ਹੈ ਉਹ ਨਿਭਾ ਨਹੀਂ ਰਹੇ। ਸੋ ਇਸ ਕਰਕੇ ਇਸ ਚੰਗੇ ਕੰਮ ਦੀ ਸ਼ਲਾਘਾ ਹੋਣੀ ਚਾਹੀਦੀ ਹੈ। ਤੇ ਜਿਸ ਤਰ੍ਹਾਂ ਸਿੰਘ ਸਾਹਿਬ ਜੀ ਨੇ ਆਪ ਜੀ ਦੇ ਨਾਲ ਬਚਨ ਸਾਂਝੇ ਕੀਤੇ ਹਨ ਕਿ ਹਕੂਮਤਾਂ ਨੂੰ ਚਾਹੀਦਾ ਹੈ ਜੋ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਹੈ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਫਲਸਫਾ ਹੈ, ਇਸ ਨੂੰ ਭਾਰਤ ਖੰਡ ਦੇ ਵਿੱਚ ਲਾਜ਼ਮੀ ਕੀਤਾ ਜਾਏ। ਇਸ ਨੂੰ ਲਾਜ਼ਮੀ ਤੌਰ 'ਤੇ ਹਰ ਇੱਕ ਗੁਰਸਿੱਖ ਨੂੰ, ਹਰ ਇੱਕ ਮਨੁੱਖ ਨੂੰ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ। ਕਿਉਂਕਿ ਚਾਹੇ ਸਿੱਖੀ ਸਵਰੂਪ ਹੋਵੇ, ਚਾਹੇ ਸਿੱਖੀ ਸਿਧਾਂਤ ਹੋਵੇ, ਇਹ ਰਾਸ਼ਟਰ ਹਿੱਤ ਦੇ ਵਿੱਚ ਜਾਂਦਾ ਹੈ, ਇਹ ਮਨੁੱਖੀ ਕਲਿਆਣ ਦੇ ਵਿੱਚ ਜਾਂਦਾ ਹੈ।
ਚਾਹੇ ਸਿੱਖ ਦੀ ਸੰਭਾਲ ਹੋਵੇ, ਚਾਹੇ ਸਿੱਖੀ ਸਿਧਾਂਤ ਦੀ ਸੰਭਾਲ ਹੋਵੇ, ਇਹ ਸਮੁੱਚੀ ਮਨੁੱਖਤਾ ਦੀ ਸੰਭਾਲ ਹੈ। ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇਹ ਜੋ ਨਿਰਮਲ ਪੰਥ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਗਟ ਕੀਤਾ ਹੈ, ਜਿਨ੍ਹਾਂ ਨੂੰ ਗੁਰੂ ਸਾਹਿਬਾਨਾਂ ਨੂੰ, ਜਿਸ ਪੰਥ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਸ਼ਹਾਦਤਾਂ ਦੇ ਨਾਲ ਸਿੰਚਿਆ ਹੈ, ਸੰਭਾਲਿਆ ਹੈ, ਇਹ ਸਮੁੱਚੀ ਮਾਨਵਤਾ ਦੇ ਵਾਸਤੇ ਕਲਿਆਣਕਾਰੀ ਸਿਧਾਂਤ ਹੈ। ਇਹ ਜੋ ਸਿੱਖੀ ਸਵਰੂਪ ਹੈ, ਚਾਹੇ ਦਸਤਾਰ ਦੀ ਗੱਲ ਕਰੀਏ, ਚਾਹੇ ਕੇਸਾਂ ਦੀ ਗੱਲ ਕਰੀਏ, ਕੋਈ ਵੀ ਇਨਸਾਨ ਜਦੋਂ ਆਪਣੇ ਕੇਸਾਂ ਦੀ ਸੰਭਾਲ ਕਰਦਾ ਹੈ, ਆਪਣੇ ਕੇਸਾਂ ਦੀ ਰੱਖਿਆ ਕਰਦਾ ਹੈ, ਉਹ ਸਿੱਧਾ ਸਿੱਧਾ ਪਰਮਾਤਮਾ ਦੇ ਹੁਕਮ ਦੇ ਵਿੱਚ ਆ ਜਾਂਦਾ ਹੈ। ਜਿਵੇਂ ਅਸੀਂ ਦਸਤਾਰ ਸਜਾਉਂਦੇ ਹਾਂ, ਦਸਤਾਰ ਦੇ ਬਹੁਤ ਵੱਖਰੇ ਵੱਖਰੇ ਢੰਗ ਹਨ। ਦੁਮਾਲਾ ਬੰਨ੍ਹ ਸਕਦੇ ਹਾਂ, ਸਾਫਾ ਬੰਨ੍ਹ ਸਕਦੇ ਹਾਂ, ਕਈ ਤਰ੍ਹਾਂ ਦੀਆਂ ਦਸਤਾਰਾਂ ਅਸੀਂ ਸਜਾਉਂਦੇ ਹਾਂ। ਕਿਸੇ ਵੀ ਤਰ੍ਹਾਂ ਦੀ ਦਸਤਾਰ ਸਜਾਉਣੀ, ਕੇਸਾਂ ਦੀ ਸੰਭਾਲ ਕਰਨੀ ਹੈ। ਪਰ ਜ਼ਿਆਦਾਤਰ ਅਗਿਆਨਤਾ ਵਸ ਮਨੁੱਖ ਸੋਚਦਾ ਹੈ ਵੀ ਦਸਤਾਰ ਸਿਰਫ ਇਸ ਮਨੁੱਖ ਦੇ ਸਿਰ ਤੇ ਬੱਝਾ ਹੋਇਆ ਕੱਪੜਾ ਹੈ। ਉਹ ਇਹ ਨਹੀਂ ਸਮਝਦਾ ਕਿ ਇਹ ਦਸਤਾਰ ਇਹ ਸਿਰ ਤੇ ਬੱਝਾ ਹੋਇਆ ਕੱਪੜਾ ਨਹੀਂ ਹੈ, ਇਹ ਇੱਕ ਸਿਧਾਂਤ ਹੈ ਜੋ ਮਨੁੱਖਤਾ ਨੂੰ ਸਵੈਮਾਨ ਦਿੰਦਾ ਹੈ, ਸਵਾਭਿਮਾਨ ਦਿੰਦਾ ਹੈ, ਜਿਸ ਦੇ ਨਾਲ ਸਾਨੂੰ ਸਿਰ ਉੱਚਾ ਕਰਕੇ ਜਿਉਣ ਦੀ ਤਾਕਤ ਮਿਲਦੀ ਹੈ। ਸੋ ਹਰ ਇੱਕ ਦਾ ਫਰਜ਼ ਹੈ ਕਿ ਆਪਣੇ ਸਿਰ ਦੇ ਉੱਤੇ ਦਸਤਾਰ ਸਜਾਏ। ਕੋਈ ਵੀ ਮਨੁੱਖ, ਕਈ ਵਾਰੀ ਤੁਸੀਂ ਦੇਖਿਆ ਹੋਵੇਗਾ, ਜਦੋਂ ਇੱਕ ਸਹਿਜਧਾਰੀ ਕੋਈ ਜਿਸ ਨੇ ਕੇਸ ਕਤਲ ਕਰਾਏ ਹਨ, ਜਦੋਂ ਉਹ ਵੀ ਆਪਣੇ ਸਿਰ ਤੇ ਦਸਤਾਰ ਸਜਾ ਲੈਂਦਾ ਹੈ, ਵਸਤਰ ਬੰਨ੍ਹ ਲੈਂਦਾ ਹੈ, ਤੇ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਸਵਮਾਣ ਮਹਿਸੂਸ ਕਰਦਾ ਹੈ। ਸੋ ਇਹ ਜਿਹੜੀ ਵਿਚਾਰਧਾਰਾ ਬਣੀ ਹੋਈ ਹੈ ਕਿ ਸਿੱਖ ਦੀ ਦਸਤਾਰ ਸਿਰਫ ਸਿੱਖ ਦੀ ਦਸਤਾਰ ਹੈ, ਜਾਂ ਸਿੱਖ ਦਾ ਕੇਸ ਸਿਰਫ ਸਿੱਖਾਂ ਦੇ ਕੇਸ ਹਨ, ਇਹਨੂੰ ਵੀ ਹਕੂਮਤਾਂ ਨੂੰ, ਸਾਡੇ ਬੁੱਧੀਜੀਵੀਆਂ ਨੂੰ, ਸੰਸਾਰਕ ਮਾਨਸਿਕਤਾ ਨੂੰ ਤੋੜਨ ਦੀ ਲੋੜ ਹੈ। ਅੱਜ ਵਕਤ ਦੀ ਲੋੜ ਹੈ ਇਸ ਗੱਲ ਦੇ ਉੱਤੇ ਕਿ ਇਹ ਜਿਹੜਾ ਖਾਲਸਾਈ ਸਿਧਾਂਤ ਹੈ, ਜਿਹੜਾ ਗੁਰਮਤ ਸਿਧਾਂਤ ਹੈ, ਇਸ ਨੂੰ ਜਨ ਜਨ ਤੱਕ ਪਹੁੰਚਾਉਣ ਦੇ ਵਾਸਤੇ ਜਿਹੜੇ ਵੱਡੇ ਉਪਰਾਲੇ ਹਨ ਉਹ ਕੀਤੇ ਜਾਣੇ ਚਾਹੀਦੇ ਹਨ। ਸੋ ਬਹੁਤ ਸ਼ਲਾਘਾਯੋਗ ਕਦਮ ਹੈ ਹਕੂਮਤ ਦਾ, ਜੋ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਆਗਮਨ ਪ੍ਰਕਾਸ਼ ਪੁਰਬ ਨੂੰ ਏਡੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ। ਸਮੁੱਚੇ ਭਾਰਤ ਵਰਸ਼ ਵਾਸੀਆਂ ਨੂੰ, ਸਮੁੱਚੇ ਭਾਰਤ ਵਰਸ਼ ਨੂੰ ਇਹਦੇ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ, ਇਹਦੇ ਵਿੱਚ ਹਾਜ਼ਰੀ ਭਰਨੀ ਚਾਹੀਦੀ ਹੈ। ਸਮੁੱਚੇ ਸਿੱਖ ਜਗਤ ਨੂੰ ਇਸ ਮੌਕੇ ਤੇ ਸਿੱਖਣਾ ਚਾਹੀਦਾ ਹੈ ਕਿ ਆਪਸ ਦੇ ਵਿੱਚ ਏਕਤਾ ਇਤਫਾਕ ਦੇ ਨਾਲ ਹੀ ਅਸੀਂ ਆਪਣੇ ਜਿਹੜੇ ਸਤਿਗੁਰਾਂ ਦੇ ਕੀਤੇ ਹੋਏ ਭਵਿੱਖਿਅਤ ਵਾਕ ਹਨ ਉਹਨਾਂ ਨੂੰ ਪੂਰੇ ਕਰ ਸਕਦੇ ਹਾਂ। ਸਾਡੇ ਵਿੱਚ ਵੀ ਜੋ ਕਮੀਆਂ ਹਨ, ਸਾਡੇ ਵਿੱਚ ਵੀ ਜੋ ਊਣਤਾਈਆਂ ਹਨ, ਅਸੀਂ ਉਹਨਾਂ ਦੇ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਸੋ ਇਸ ਪ੍ਰਕਾਰ ਜਿੱਥੇ ਹਕੂਮਤਾਂ ਨੂੰ ਸੋਝੀ ਆਈ ਹੈ, ਉੱਥੇ ਸਿੱਖ ਜਗਤ ਨੂੰ ਵੀ ਆਪਣੇ ਅੰਦਰ ਕੁਝ ਵਿਚਾਰ ਕਰਨੇ ਚਾਹੀਦੇ ਹਨ। ਜੋ ਸਤਿਗੁਰਾਂ ਦਾ ਉਪਦੇਸ਼ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮੈ ਕੇ ਹੋਵੋ ਜੋੜੀ, ਨਾਨਕ ਗੁਰਮੁਖ ਬੈਠੋ ਸਫਾ ਵਿਛਾਏ। ਸੋ ਵਕਤ ਦੀ ਆਵਾਜ਼ ਹੈ, ਵਕਤ ਦੀ ਜ਼ਰੂਰਤ ਹੈ ਕਿ ਸਿੱਖ ਜਗਤ ਵੀ ਆਪਣੇ ਸਿਧਾਂਤ ਨੂੰ ਹੋਰ ਪ੍ਰਫੁੱਲਤ ਕਰਨ ਵਾਸਤੇ ਇਕਜੁੱਟ ਹੋਵੇ, ਇੱਕ ਮੁੱਠ ਹੋਵੇ। ਸਿੰਘ ਸਾਹਿਬ ਜੀ ਨੇ ਆਪ ਜੀ ਨੂੰ ਬੜੇ ਸੁੰਦਰ ਵਿਚਾਰਾਂ ਦੇ ਨਾਲ ਸਮਝਾਉਣ ਦਾ ਯਤਨ ਕੀਤਾ ਹੈ। ਹਕੂਮਤਾਂ ਦੇ ਉਪਰਾਲੇ ਵੱਡੇ ਹਨ, ਇਹਨਾਂ ਨੂੰ ਹੋਰ ਵੱਡੇ ਕਰਨ ਵਾਸਤੇ ਸਾਨੂੰ ਹੋਰ ਇਕਜੁੱਟ ਤੇ ਇੱਕ ਮੁੱਠ ਹੋਣ ਦੀ ਲੋੜ ਹੈ। ਸੋ ਆਪ ਸਾਧ ਸੰਗਤ ਜੀ ਨੂੰ ਜਿੱਥੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦਿਹਾੜਿਆਂ ਦੀਆਂ ਤੇ ਭਗਤ ਧੰਨਾ ਜੀ ਦੇ ਆਗਮਨ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ। ਆਓ ਜੋ ਚੱਲ ਰਹੀ ਲੜੀਵਾਰ ਵਿਚਾਰ ਸ਼ਬਦ, ਜਿਸ ਦਾ ਮੂਲ ਪਾਠ ਸਿੰਘ ਸਾਹਿਬ ਜੀ ਪਾਸੋਂ ਆਪ ਜੀ ਨੇ ਸ਼ਰਵਨ ਕੀਤਾ ਹੈ, ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਾਰ ਕੇ ਸ਼ਰਵਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਲ ਜਵਾਨੀ ਅਰ ਬਿਰਦ ਫੁਨ, ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ, ਬਿਰਥਾ ਸਭ ਹੀ ਮਾਨ। ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਸ਼ਲੋਕ ਦੇ ਦੁਆਰਾ ਮਨੁੱਖ ਦੀਆਂ 3 ਅਵਸਥਾਵਾਂ ਦਾ ਜ਼ਿਕਰ ਕਰ ਰਹੇ ਹਨ।
ਸਤਿਗੁਰ ਕਹਿੰਦੇ ਇੱਕ ਬਾਲ ਅਵਸਥਾ ਹੈ, ਇੱਕ ਜਵਾਨੀ ਦੀ ਅਵਸਥਾ ਹੈ, ਇੱਕ ਬਿਰਧ ਅਵਸਥਾ ਹੈ। ਇਹ ਤਿੰਨਾਂ ਅਵਸਥਾਵਾਂ ਦੇ ਵਿੱਚੋਂ ਮਨੁੱਖਾ ਜਨਮ ਗੁਜ਼ਰਦਾ ਹੈ ਤੇ ਇਹਨਾਂ ਤਿੰਨਾਂ ਅਵਸਥਾਵਾਂ ਦੇ ਵਿੱਚ ਹੀ ਅਗਰ ਪਰਮੇਸ਼ਵਰ ਦਾ ਸਿਮਰਨ ਨਹੀਂ ਹੈ, ਪਰਮੇਸ਼ਵਰ ਦਾ ਨਾਮ ਚੇਤਾ ਨਹੀਂ ਆਇਆ, ਤੇ ਸਤਿਗੁਰ ਕਹਿੰਦੇ ਫਿਰ ਸਾਰੇ ਜੀਵਨ ਦੇ ਵਿੱਚ ਜੋ ਕੁਝ ਵੀ ਇਕੱਠਿਆ ਕਮਾਇਆ ਹੈ ਉਹ ਸਭ ਬਿਰਥਾ ਹੋਣ ਵਾਲਾ ਹੈ, ਵਿਅਰਥ ਹੋਣ ਵਾਲਾ ਹੈ। ਕਿਉਂਕਿ ਸੰਸਾਰ ਦੇ ਅੰਦਰ ਜਦੋਂ ਜੀਵ ਦਾ ਆਗਮਨ ਹੁੰਦਾ ਹੈ, ਸੰਸਾਰ ਦੇ ਅੰਦਰ ਜਦੋਂ ਜੀਵ ਦੀ ਉਤਪੱਤੀ ਹੁੰਦੀ ਹੈ, ਤੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ। ਸਤਿਗੁਰ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਜਿਉਂ ਹੀ ਮਨੁੱਖ ਦਾ ਜਨਮ ਸੰਸਾਰ ਵਿੱਚ ਹੋਇਆ ਹੈ ਤੇ ਇਸ ਦੀ ਪਰਮਾਤਮਾ ਦੇ ਨਾਲੋਂ ਲਿਵ ਛੁੜਕ ਗਈ ਹੈ, ਛੁੱਟ ਜਾਂਦੀ ਹੈ। ਲੱਗੀ ਤ੍ਰਿਸ਼ਨਾ, ਤੇ ਇਸ ਨੂੰ ਤ੍ਰਿਸ਼ਨਾ ਲੱਗ ਜਾਂਦੀ ਹੈ। ਮਾਇਆ ਅਮਰ ਵਰਤਾਇਆ, ਤੇ ਮਾਇਆ ਜੋ ਹੈ ਉਹ ਆਪਣਾ ਹੁਕਮ ਵਰਤਾ ਦਿੰਦੀ ਹੈ। ਮਾਇਆ ਉਹ ਤਾਕਤ ਹੈ, ਉਹ ਸੱਤਾ ਹੈ ਜਿਸ ਸ਼ਕਤੀ ਦੇ ਨਾਲ ਪਰਮੇਸ਼ਵਰ ਇਸ ਸੰਸਾਰ ਨੂੰ ਚਲਾ ਰਿਹਾ ਹੈ। ਉਹ ਤਾਕਤ ਜਿਸ ਤਾਕਤ ਦੇ ਦੁਆਰਾ ਇਹ ਦ੍ਰਿਸ਼ਟਮਾਨ ਸੰਸਾਰ ਹਰਕਤ ਦੇ ਵਿੱਚ ਹੈ, ਵਿਸਤਾਰਵਾਦੀ ਹੈ, ਉਸ ਦਾ ਨਾਮ ਮਾਇਆ ਹੈ। ਉਹ ਮਾਇਆ ਹੈ। ਹਾਲਾਂਕਿ ਚਾਹੇ ਅਸੀਂ ਰੁਪਈਏ ਪੈਸੇ ਨੂੰ ਵੀ ਮਾਇਆ ਕਹਿ ਦਿੰਦੇ ਹਾਂ, ਪਰ ਰੁਪਈਆ ਪੈਸਾ ਮਾਇਆ ਦਾ ਇੱਕ ਰੂਪ ਹੈ, ਆਪਣੇ ਆਪ ਦੇ ਵਿੱਚ ਮਾਇਆ ਨਹੀਂ ਹੈ। ਮਾਇਆ ਦਾ ਅਰਥ ਕੁਝ ਹੋਰ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਇਸ ਤੋਂ ਸੌਖੀ ਡੈਫੀਨੇਸ਼ਨ ਨਹੀਂ ਹੋ ਸਕਦੀ ਮਾਇਆ ਦੀ, ਜੋ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਾਨੂੰ ਸਮਝਾ ਦਿੱਤੀ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਲਿਵ ਛੁੜਕ ਗਈ, ਤ੍ਰਿਸ਼ਨਾ ਨੇ ਆਪਣਾ, ਤ੍ਰਿਸ਼ਨਾ ਆਦਿਕ ਵਿਕਾਰਾਂ ਨੇ ਆਪਣਾ ਪ੍ਰਭਾਵ ਪਾ ਲਿਆ। ਇਸ ਦਾ ਕਾਰਨ ਮਾਇਆ ਹੈ। ਅਸੀਂ ਜਿੰਨੇ ਵੀ ਇੱਥੇ ਸੰਸਾਰ ਦੇ ਵਿੱਚ ਜੀਵ ਆਉਂਦੇ ਹਨ ਉਹ ਸਾਰੇ ਮਾਇਆ ਦੇ ਪ੍ਰਭਾਵ ਹੇਠ ਹਨ। ਮਾਇਆ ਦੇ ਦੁਆਰਾ ਹੀ ਮਨੁੱਖ ਸੰਸਾਰ ਦੇ ਵਿੱਚ ਤਰੱਕੀ ਕਰਦਾ ਹੈ, ਮਾਇਆ ਦੇ ਅਧੀਨ ਹੀ ਮਨੁੱਖ ਤੁਰਦਾ ਹੈ, ਮਾਇਆ ਦੇ ਹੁਕਮ ਵਿੱਚ, ਮਾਇਆ ਦੀ ਸੱਤਾ ਦੇ ਵਿੱਚ ਹੀ ਰਹਿੰਦਾ ਹੈ। ਇਸ ਕਰਕੇ ਸਤਿਗੁਰ ਕਹਿੰਦੇ ਮਾਇਆ ਨੇ ਆਪਣਾ ਅਮਰ ਜੋ ਹੁਕਮ ਹੈ ਉਹ ਵਰਤਾਇਆ ਹੋਇਆ ਹੈ ਸੰਸਾਰ ਦੇ ਉੱਤੇ। ਇਸ ਦਾ ਆਪਣਾ ਜੋ ਸਵਰੂਪ ਹੈ ਬਹੁਤ ਵੱਡਾ ਹੈ। ਭਗਤ ਕਬੀਰ ਸਾਹਿਬ ਕਹਿੰਦੇ ਹਨ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ ਕਿੰਚਤ ਪ੍ਰੀਤ ਨਾ ਉਪਦੈ ਜਨ ਕਉ ਜਨ ਕਹਾ ਕਰਹਿ ਵਿਚਾਰੇ। ਇਹ ਜਨ ਕੀ ਕਰ ਸਕਦਾ ਹੈ? ਇਹ ਜਨ ਜਿਹੜਾ ਗੁਰੂ ਘਰ ਬੈਠਾ ਹੋਇਆ ਵੀ ਇੱਧਰ ਉੱਧਰ ਤੱਕਦਾ ਹੈ, ਮਨ ਪਰਮਾਤਮਾ ਦੇ ਸ਼ਬਦ ਦੇ ਵਿੱਚ ਨਹੀਂ ਟਿਕਦਾ। ਇਹਦਾ ਕਾਰਨ ਕੀ ਹੈ? ਵੀ ਮਾਇਆ ਪਸਰ ਰਹੀ ਹੈ। ਉਹ ਤਾਕਤ ਜਿਸ ਦੇ ਦੁਆਰਾ ਸਾਨੂੰ ਪਰਮੇਸ਼ਵਰ ਵਿਸਰ ਰਿਹਾ ਹੈ, ਜਿਸ ਦੇ ਦੁਆਰਾ ਸਾਨੂੰ ਪਰਮੇਸ਼ਵਰ ਸਾਡੇ ਹਿਰਦੇ ਵਿੱਚ ਵਿਸਰ ਰਿਹਾ ਹੈ। ਘਰ ਦੇ ਵਿੱਚ ਬੈਠਾ ਹੋਇਆ, ਹਿਰਦੇ ਰੂਪੀ ਘਰ ਵਿੱਚ ਬੈਠਾ ਹੋਇਆ ਪਰਮਾਤਮਾ ਸਾਨੂੰ ਅਹਿਸਾਸ ਨਹੀਂ ਹੁੰਦਾ, ਨਜ਼ਰ ਨਹੀਂ ਆਉਂਦਾ। ਇਹਦਾ ਅਰਥ ਹੈ ਅਸੀਂ ਮਾਇਆ ਦੇ ਪ੍ਰਭਾਵ ਹੇਠ ਹਾਂ, ਅਸੀਂ ਮਾਇਆ ਦੇ ਪ੍ਰਭਾਵ ਹੇਠ ਹਾਂ। ਮਾਇਆ ਨੇ ਸਾਡੇ ਤੇ ਅਮਰ ਵਰਤਾਇਆ ਹੋਇਆ ਹੈ। ਸੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ, ਬਾਲ, ਜਵਾਨੀ ਅਰ ਬਿਰਧ ਫੁਨ। ਭਾਈ ਇਹ ਤਿੰਨ ਅਵਸਥਾਵਾਂ ਹਨ, ਇਹਨਾਂ ਤਿੰਨਾਂ ਨੂੰ ਜਾਣਨਾ ਕਰੋ, ਸਮਝ ਲਵੋ। ਹੁਣ ਬਾਲਕ ਅਵਸਥਾ ਦੇ ਵਿੱਚ ਕਿਸੇ ਨੂੰ ਸੋਝੀ ਆ ਜਾਵੇ, ਇਹ ਬੜੀ ਵੱਡੀ ਗੱਲ ਹੋਇਆ ਕਰਦੀ ਹੈ। ਬਾਲ ਅਵਸਥਾ ਦੇ ਵਿੱਚ ਤਕਰੀਬਨ ਮਨੁੱਖ ਜੋ ਹੈ, ਜੀਵ ਜੋ ਹੈ, ਉਹਦੀ ਬੁੱਧ ਅਚੇਤ ਹੁੰਦੀ ਹੈ, ਉਹਨੂੰ ਸੋਝੀ ਨਹੀਂ ਹੁੰਦੀ। ਪਰ ਫਿਰ ਵੀ ਕਈ ਵਾਰੀ ਪਰਮੇਸ਼ਵਰ ਕਲਾ ਵਰਤਾ ਦਿੰਦਾ ਹੈ ਤੇ ਬਾਲ ਬੁੱਧ ਦੇ ਵਿੱਚ ਵੀ ਮਨੁੱਖ ਨੂੰ ਸੋਝੀ ਆ ਜਾਂਦੀ ਹੈ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੂੰ ਬਾਲ ਅਵਸਥਾ ਦੇ ਵਿੱਚ ਹੀ ਇਸ ਗੱਲ ਦੀ ਸਮਝ ਆ ਗਈ ਕਿ ਇਹ ਸੰਸਾਰ ਮਿੱਥਿਆ ਹੈ, ਇਹ ਜੀਵਨ ਮਿੱਥਿਆ ਹੈ। ਕੋਈ ਪਤਾ ਨਹੀਂ ਕਾਲ ਰੂਪੀ ਜੋ ਸ਼ਿਕਾਰੀ ਹੈ ਉਸਨੇ ਕਦੋਂ ਆਪਣੇ ਆਪ ਇਸ ਜੀਵ ਦਾ ਸ਼ਿਕਾਰ ਕਰ ਲੈਣਾ ਹੈ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਕਿ ਦਿਨ ਤੇ ਪਹਿਰ ਤੇ ਘਰੀਆਂ ਆਵ ਘਟੈ ਤਨ ਛੀਜੈ ਕਾਲ ਅਹੇਰੀ ਫਿਰੈ ਬਦਕ ਜਿਉ ਕਹੋ ਕਵਨ ਬਿਦ ਕੀਜੈ ਸੋ ਦਿਨ ਆਵਨ ਲਾਗਾ। ਸਤਿਗੁਰ ਕਹਿੰਦੇ ਉਹ ਦਿਨ ਜਿਹੜਾ ਤੂੰ ਲਿਖਵਾ ਕੇ ਆਇਆ ਹੈ ਉਹ ਨੇੜੇ ਆ ਰਿਹਾ ਹੈ, ਉਹ ਸਮੀਪ ਆ ਰਿਹਾ ਹੈ। ਤੇ ਤੂੰ ਦੱਸ ਕੋਈ ਢੰਗ ਕੀਤਾ ਹੈ, ਕੋਈ ਤਰੀਕਾ ਅਪਣਾਇਆ ਹੈ? ਮਨੁੱਖ ਆਪਣੇ ਜੀਵਨ ਦੇ ਵਿੱਚ ਕਿੰਨੇ ਢੰਗ ਤਰੀਕੇ ਜੋ ਹੈ ਉਹ ਅਪਣਾਉਂਦਾ ਹੈ, ਸੋਚ ਰੱਖਦਾ ਹੈ, ਆਪਣੇ ਪਰਿਵਾਰ ਦੀ, ਕਾਰੋਬਾਰ ਦੀ, ਜਾਇਦਾਦਾਂ ਦੀ ਸੋਚ ਰੱਖਦਾ ਹੈ, ਪਰ ਆਪਣੇ ਜੀਵਨ ਦੀ ਸੋਚ ਨਹੀਂ ਰੱਖਦਾ। ਆਪਣੇ ਜੀਵਨ ਬਾਰੇ
ਸੋਚ ਨਹੀਂ ਰੱਖਦਾ ਵੀ ਮੈਨੂੰ ਇਹ ਜੀਵਨ ਕਾਹਦੇ ਵਾਸਤੇ ਪ੍ਰਾਪਤ ਹੋਇਆ ਹੈ। ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੰਬਾਰ, ਜਿਉਂ ਬਨ ਫਲ ਪਾਕੈ, ਭੋਏ ਗਿਰਹਿ ਬਹੁਰ ਨਾ ਲਾਗੈ ਡਾਰ। ਸਤਿਗੁਰਾਂ ਨੇ ਸਾਨੂੰ ਸਪਸ਼ਟ ਸਮਝਾ ਦਿੱਤਾ, ਭਾਈ ਇਹ ਮਨੁੱਖਾ ਜਨਮ ਬੜਾ ਦੁਰਲਭ ਹੈ, ਬਹੁਤ ਮੁਸ਼ਕਲ ਦੇ ਨਾਲ ਪ੍ਰਾਪਤ ਹੋਇਆ ਹੈ, ਬੜੇ ਲੰਮੇ ਸਮੇਂ ਤੋਂ ਬਾਅਦ ਪ੍ਰਾਪਤ ਹੋਇਆ ਹੈ, ਬੜੀ ਉੱਚੀ ਅਵਸਥਾ ਦਾ ਮਾਲਕ ਹੈ ਮਨੁੱਖ। ਸਤਿਗੁਰ ਨੇ ਬਾਣੀ ਅੰਦਰ ਇੱਥੋਂ ਤੱਕ ਫਰਮਾਇਆ ਹੈ, ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮਹਿ ਤੇਰੀ ਸਿਕਦਾਰੀ। ਮਨੁੱਖ ਇਸ ਧਰਤੀ ਦਾ ਸਰਦਾਰ ਸਿਰਮੌਰ ਜੀਵ ਹੈ, ਪਰ ਫਿਰ ਵੀ ਅੱਜ ਮਨੁੱਖਤਾ ਦੇ ਵਿੱਚ ਉਹ ਦੈਵੀ ਗੁਣ ਜਿਹੜੇ ਹਨ ਉਹ ਅਲੋਪ ਹੁੰਦੇ ਜਾ ਰਹੇ ਹਨ। ਉਹ ਦੈਵੀ ਗੁਣ, ਉਹ ਮਾਨਵੀ ਹੈ ਮੁੱਲ ਜੋ ਹਨ, ਜਿਨ੍ਹਾਂ ਕਦਰਾਂ ਕੀਮਤਾਂ ਕਰਕੇ ਮਨੁੱਖ ਜਾਣਿਆ ਜਾਂਦਾ ਹੈ, ਉਹ ਸਾਨੂੰ ਨਜ਼ਰ ਨਹੀਂ ਆਉਂਦੀਆਂ। ਇਸੇ ਕਰਕੇ ਸਤਿਗੁਰ ਨੂੰ ਕਹਿਣਾ ਪਿਆ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਮਨੁੱਖ ਨਜ਼ਰ ਤੇ ਮਨੁੱਖਤਾ ਵਾਲਾ ਆਉਂਦਾ ਹੈ, ਢਾਂਚਾ ਤੇ ਮਨੁੱਖਤਾ ਵਾਲਾ ਹੈ, ਕਾਇਆ ਮਨੁੱਖਾਂ ਵਾਲੀ ਹੈ, ਲੇਕਿਨ ਗੁਣ ਮਨੁੱਖਾਂ ਵਾਲੇ ਨਹੀਂ ਹਨ। ਇਸ ਕਰਕੇ ਸਤਿਗੁਰ ਕਹਿੰਦੇ, ਬਾਲ ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ। ਇਹਨਾਂ ਤਿੰਨਾਂ ਅਵਸਥਾ ਬਾਰੇ ਜਾਣਨਾ ਕਰ। ਹੁਣ ਸਾਡੇ ਤੇ ਬਾਲ ਅਵਸਥਾ ਗੁਜ਼ਰ ਗਈ, ਜਵਾਨੀ ਦੀ ਅਵਸਥਾ ਗੁਜ਼ਰ ਗਈ, ਹੁਣ ਜਿਨ੍ਹਾਂ ਤੇ ਬਿਰਧ ਅਵਸਥਾ ਹੈ, ਸਤਿਗੁਰ ਕਹਿੰਦੇ ਹੁਣ ਹੀ ਜਾਣ ਲੈ। ਬਾਲਪਨ ਹੱਥੋਂ ਨਿਕਲ ਗਿਆ, ਜਵਾਨੀ ਹੱਥੋਂ ਨਿਕਲ ਗਈ, ਹੁਣ ਵਡੇਪਾ ਆ ਗਿਆ ਹੈ। ਹੁਣ ਤੇ ਸਮਝ ਇਸ ਗੱਲ ਨੂੰ, ਹੁਣ ਤੇ ਇਸ ਗੱਲ ਦੀ ਵਿਚਾਰ ਕਰ ਵੀ ਇਹ ਜੀਵਨ ਕਿਸ ਵਾਸਤੇ ਪ੍ਰਾਪਤ ਹੋਇਆ ਸੀ, ਕਿਸ ਵਾਸਤੇ ਇਸ ਸੰਸਾਰ ਤੇ ਪਰਮੇਸ਼ਵਰ ਨੇ ਮਨੁੱਖ ਨੂੰ ਬਣਾਇਆ ਹੈ, ਤੇ ਮਨੁੱਖ ਕਿਹੜੇ ਕਰਮ ਕਰ ਰਿਹਾ ਹੈ। ਇਸ ਗੱਲ ਦੀ ਵਿਚਾਰ ਕਰਨੀ ਹੈ। ਸੋ ਸਤਿਗੁਰ ਕਹਿੰਦੇ, ਹੈ ਭਾਈ ਇਹ ਪਰਮੇਸ਼ਵਰ ਦੇ ਨਾਮ ਭਜਨ ਬੰਦਗੀ ਦੇ ਵਾਸਤੇ ਪ੍ਰਾਪਤ ਹੋਇਆ ਜੀਵਨ। ਕਹੋ ਨਾਨਕ ਹਰ ਭਜਨ ਬਿਨ, ਪਰਮਾਤਮਾ ਦੇ ਭਜਨ ਤੋਂ ਬਿਨਾ ਬਿਰਥਾ ਸਭ ਹੀ ਮਾਨ। ਤੂੰ ਮੰਨ ਲੈਣਾ ਕਰ ਵੀ ਤੇਰਾ ਸਭ ਕੁਝ ਕਮਾਇਆ ਵਿਅਰਥ ਹੋਣ ਵਾਲਾ ਹੈ, ਤੇਰਾ ਸਭ ਕੁਝ ਕੀਤਾ ਹੋਇਆ ਕਾਰਜ ਬੇਕਾਰ ਹੋਣ ਵਾਲਾ ਹੈ, ਜੇ ਤੂੰ ਭਗਤੀ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਭਜਨ ਨਹੀਂ ਕੀਤਾ। ਕਿਉਂਕਿ ਮਨੁੱਖ ਦਾ ਜਨਮ ਭਜਨ ਦੇ ਵਾਸਤੇ ਹੋਇਆ ਹੈ, ਪਰਮੇਸ਼ਰ ਨੂੰ ਸਿਮਰਨ ਦੇ ਵਾਸਤੇ ਹੋਇਆ ਹੈ। ਇਸੇ ਕਰਕੇ ਸਤਿਗੁਰ ਨੇ ਸਾਡੇ ਨਿਤਨੇਮ ਦੇ ਵਿੱਚ ਇਹਨਾਂ ਪੰਕਤੀਆਂ ਨੂੰ ਸ਼ਾਮਲ ਕੀਤਾ। ਪੜ੍ਹਦੇ ਤੇ ਅਸੀਂ ਰੋਜ਼ ਹਾਂ ਕਿ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਨਾਮ ਦੇ ਨਾਲ ਜੁੜਨਾ ਕਰ ਭਾਈ। ਨਾਮ ਸਿਮਰਨ ਵਾਸਤੇ ਆਇਆ ਹੈ। ਇਹ ਸਵਾਸ ਪਰਮਾਤਮਾ ਦੇ ਸਿਮਰਨ ਵਾਸਤੇ ਹਨ। ਇਹ ਰਸਨਾ ਪਰਮੇਸ਼ਵਰ ਦਾ ਸਿਮਰਨ ਕਰਨ ਵਾਸਤੇ ਹੈ। ਇਹ ਨੇਤਰ ਪਰਮੇਸ਼ਵਰ ਨੂੰ ਦੇਖਣ ਵਾਸਤੇ ਹਨ। ਇਹ ਕੰਨ ਪਰਮੇਸ਼ਵਰ ਦਾ ਨਾਮ ਸੁਣਨ ਵਾਸਤੇ ਹਨ। ਸਤਿਗੁਰ ਨੇ ਸਮਝਾਇਆ ਹੈ, ਏ ਸ਼ਰਵਣੋ ਮੇਰਿਓ, ਸਾਚੈ ਸੁਣਨੈ ਨੋ ਪਠਾਏ। ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਸੱਚੀ ਬਾਣੀ, ਸੱਚੇ ਬਚਨ ਸੁਣੋ। ਨਿੰਦਿਆ ਚੁਗਲੀ ਸੁਣਨ ਵਾਸਤੇ ਇਹ ਕੰਨ ਨਹੀਂ ਦਿੱਤੇ। ਇਹ ਕੰਨ ਲਾਏ ਸੀ ਕਿ ਪਰਮਾਤਮਾ ਦਾ ਨਾਮ ਸੁਣਨਾ ਹੈ, ਚੰਗੀਆਂ ਗੱਲਾਂ ਸੁਣਨੀਆਂ ਹਨ, ਸਿੱਖਿਆ ਲੈਣੀ ਹੈ। ਗੁਰੂ ਦੀ ਸਿੱਖਿਆ ਲੈਣ ਵਾਸਤੇ ਕੰਨ ਲਾਏ ਹਨ। ਇਹ ਨੇਤਰੋ ਮੇਰਿਓ, ਹਰ ਤੁਮ ਹੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਹਰੀ ਹਰ ਪਰਮੇਸ਼ਰ ਨੂੰ ਤੱਕਣ ਦਾ ਯਤਨ ਕਰੀਏ। ਤੇ ਗੁਰੂ ਅਮਰਦਾਸ ਕਹਿੰਦੇ, ਇਹ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਪਰ ਕਦੋਂ ਇਹ ਸੰਸਾਰ ਸਾਨੂੰ ਪਰਮਾਤਮਾ ਦਾ ਸਵਰੂਪ ਨਜ਼ਰ ਆਉਂਦਾ ਹੈ? ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਜਦੋਂ ਅਸੀਂ ਸਤਿਗੁਰ ਨੂੰ ਮਿਲਦੇ ਹਾਂ ਨਾ, ਗੁਰੂ ਦੇ ਸ਼ਰਨ ਵਿੱਚ ਆ ਕੇ ਗੁਰੂ ਦੇ ਸ਼ਬਦ ਨੂੰ ਕਮਾਉਂਦੇ ਹਾਂ, ਤੇ ਸਤਿਗੁਰ ਸਾਨੂੰ ਸਮਝਾ ਦਿੰਦੇ ਹਨ, ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਸਾਰਿਆਂ ਵਿੱਚ ਪਰਮੇਸ਼ਵਰ ਹੈ, ਸਾਰਿਆਂ ਵਿੱਚ ਨਿਰੰਕਾਰ ਵਸਿਆ ਹੋਇਆ ਹੈ। ਜਾਣਹੁ ਜੋਤ ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ। ਸਤਿਗੁਰ ਕਹਿੰਦੇ, ਜਾਤਾਂ ਪਾਤਾਂ ਦੇ ਵਿੱਚ ਨਾ ਪਏ, ਸਾਰਿਆਂ ਦੇ ਵਿੱਚ ਇੱਕ ਪਰਮੇਸ਼ਵਰ ਹੈ, ਇੱਕ ਨਿਰੰਕਾਰ ਵਸਿਆ ਹੋਇਆ ਹੈ। ਇਸ ਕਰਕੇ ਧਨ ਹੈ ਉਹ ਮਨੁੱਖ ਜਿਹਨੂੰ ਬਾਲਪਨ ਦੇ ਵਿੱਚ ਪਰਮੇਸ਼ਵਰ ਦੀ ਲਗਨ ਲੱਗ ਗਈ, ਜਿਨ੍ਹਾਂ ਦੇ ਹਿਰਦੇ ਵਿੱਚ ਬਾਲਪਨ ਦੇ ਵਿੱਚ ਪਰਮੇਸ਼ਵਰ ਦਾ ਪਿਆਰ ਪੈਦਾ ਹੋ ਗਿਆ, ਜਿਨ੍ਹਾਂ ਨੂੰ ਬਚਪਨ ਦੇ ਵਿੱਚ ਇਹ ਪਤਾ ਲੱਗ ਗਿਆ ਕਿ ਪਰਮੇਸ਼ਵਰ ਹੀ ਸੱਤ ਹੈ, ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਪਰਮੇਸ਼ਵਰ ਹੀ ਸਦਾ ਰਹਿਣ ਵਾਲਾ ਹੈ। ਐਸੇ ਮਨੁੱਖ
ਜਿਹੜੇ 7 ਤੇ 9 ਸਾਲ ਦੀਆਂ ਛੋਟੀਆਂ ਅਵਸਥਾਵਾਂ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਬਾਬੇ ਕਹਿੰਦੇ ਹਾਂ। ਬਾਬਾ ਸ਼ਬਦ ਬਜ਼ੁਰਗੀ ਦਾ ਪ੍ਰਤੀਕ ਹੈ, ਤੇ ਬਜ਼ੁਰਗੀ ਦਾ ਅਰਥ ਹੁੰਦਾ ਹੈ ਸਿਆਣਪ। ਬਜ਼ੁਰਗੀ ਦਾ ਅਰਥ ਇਹ ਨਹੀਂ ਕਿ ਕੇਸ ਚਿੱਟੇ ਹੋ ਗਏ, ਵਡੇਪਾ ਆ ਗਿਆ ਤੇ ਬਜ਼ੁਰਗ ਹੋ ਗਿਆ ਹੈ। ਬਜ਼ੁਰਗੀ ਦਾ ਅਰਥ ਹੈ ਅਕਲ ਦੇ ਨਾਲ, ਸਮਝ ਦੇ ਨਾਲ, ਵੀ ਇਹਨੂੰ ਸਮਝ ਆ ਗਈ ਹੈ, ਇਹਨੂੰ ਸੋਝੀ ਆ ਗਈ ਹੈ, ਇਹਨੂੰ ਪਤਾ ਲੱਗ ਗਿਆ ਹੈ ਕਿ ਸੱਚ ਕੀ ਹੈ। ਪਰ ਬਜ਼ੁਰਗੀ ਅੱਜ ਅਸੀਂ ਦੇਖਦੇ ਹਾਂ ਵੀ ਜਿਨ੍ਹਾਂ ਦੇ ਤਨ ਤੇ ਬਜ਼ੁਰਗੀ ਹੁੰਦੀ ਹੈ ਉਹਨਾਂ ਦੇ ਮਨ ਤੇ ਬਜ਼ੁਰਗੀ ਨਹੀਂ ਹੁੰਦੀ। ਮਨ ਕਰਕੇ ਉਹ ਬੱਚੇ ਹੀ ਰਹਿ ਜਾਂਦੇ ਹਨ। ਜ਼ਿਆਦਾਤਰ ਬਜ਼ੁਰਗ ਅਸੀਂ ਬੱਚੇ ਹੀ ਦੇਖਦੇ ਹਾਂ। ਤਨ ਦਾ ਬਜ਼ੁਰਗ ਹੋਇਆ, ਮਨ ਕਰਕੇ ਹਜੇ ਬੱਚਾ ਹੈ, ਹਜੇ ਖਾਣ ਤੋਂ ਪਿੱਛੇ ਨਹੀਂ ਹਟਦਾ, ਹਜੇ ਨਿੰਦਿਆ ਚੁਗਲੀ ਤੋਂ ਪਿੱਛੇ ਨਹੀਂ ਹਟਿਆ, ਹਜੇ ਵੀ ਗੀਟਿਆਂ ਦੇ ਨਾਲ, ਪੱਥਰਾਂ ਦੇ ਨਾਲ ਹੀ ਖੇਡ ਰਿਹਾ ਹੈ। ਹਜੇ ਵੀ ਇਸ ਨੂੰ ਸੱਚੇ ਧਨ ਦੀ ਸੋਝੀ ਨਹੀਂ ਆਈ ਕਿ ਸੱਚਾ ਧਨ ਕੀ ਹੈ, ਅਸਲ ਕੀ ਹੈ, ਨਕਲ ਕੀ ਹੈ। ਹਜੇ ਇਸ ਨੂੰ ਸਮਝ ਨਹੀਂ ਆਈ ਤੇ ਉਸ ਨੂੰ ਬੱਚਾ ਨਹੀਂ ਤੇ ਹੋਰ ਕੀ ਕਹਾਂਗੇ। ਬਜ਼ੁਰਗ ਦਾ ਅਰਥ ਹੈ ਕਿ ਇਸ ਨੂੰ ਪਤਾ ਲੱਗ ਗਿਆ ਸੱਚ ਕੀ ਹੈ, ਝੂਠ ਕੀ ਹੈ, ਚੰਗਾ ਕੀ ਹੈ, ਮਾੜਾ ਕੀ ਹੈ। ਪਰ ਜਿਸ ਨੂੰ ਪਤਾ ਹੀ ਨਹੀਂ ਲੱਗਾ, ਸਿਰਫ ਕੇਸ ਚਿੱਟੇ ਹੋਣ ਦੇ ਨਾਲ ਅਸੀਂ ਬਜ਼ੁਰਗ ਨਹੀਂ ਕਹਿ ਸਕਦੇ। ਸਤਿਗੁਰ ਕਹਿੰਦੇ ਬਜ਼ੁਰਗ ਉਹ ਹੈ ਜਿਹਦੇ ਅੰਦਰ ਸਿਆਣਪ ਹੈ। ਕਿਸੇ ਵਿਦਵਾਨ ਨੇ ਲਿਖਿਆ ਹੈ ਬਜ਼ੁਰਗੀ ਬਾ ਅਕਲ ਅਸਤ ਨਾ ਕਿ ਬਮਾਲ, ਕਿ ਬਜ਼ੁਰਗੀ ਦਾ ਸੰਬੰਧ ਅਕਲ ਦੇ ਨਾਲ ਹੈ। ਇਸੇ ਕਰਕੇ ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਗਤ ਪ੍ਰਹਿਲਾਦ ਵਰਗੇ, ਭਗਤ ਧੰਨਾ ਜੀ ਵਰਗੇ ਜਿਹੜੇ ਗੁਰਮੁਖ ਪਿਆਰੇ ਹੋਏ ਹਨ, ਛੋਟੇ ਤੋਂ ਲੈ ਕੇ ਵੱਡੇ ਤੱਕ ਜਿਹੜੇ ਜੀਵ ਪਰਮੇਸ਼ਵਰ ਦਾ, ਜਿਨ੍ਹਾਂ ਨੂੰ ਸੱਚ ਦਾ ਅਹਿਸਾਸ ਹੋਇਆ, ਅੱਜ ਉਹਨਾਂ ਦੇ ਅੱਗੇ ਅਸੀਂ ਨਤਮਸਤਕ ਹੁੰਦੇ ਹਾਂ। 7-7 ਸਾਲ ਦੇ, 9-9 ਸਾਲ ਦੇ ਸਾਹਿਬਜ਼ਾਦੇ ਜਿਨ੍ਹਾਂ ਨੂੰ ਅਸੀਂ ਸਤਿਕਾਰ ਦੇ ਨਾਲ ਬਾਬਾ ਜੀ ਕਹਿੰਦੇ ਹਾਂ, ਉਹ ਬਾਬੇ ਐਵੇਂ ਨਹੀਂ ਬਣ ਗਏ। ਉਹਨਾਂ ਨੇ ਸੱਚ ਨੂੰ ਪਹਿਚਾਣ ਲਿਆ, ਉਹਨਾਂ ਨੇ ਜਾਣ ਲਿਆ ਕਿ ਇਹ ਸਰੀਰ ਮਿੱਥਿਆ ਹੈ, ਇਹ ਸਰੀਰ ਨਾਸ਼ਵੰਤ ਹੈ, ਧਰਮ ਸਦਾ ਰਹਿਣ ਵਾਲਾ ਹੈ, ਸੱਚ ਸਦਾ ਰਹਿਣ ਵਾਲਾ ਹੈ। ਸੋ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਭਾਈ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਣ। ਇਹ ਬਿਰਧ ਤੋਂ, ਬਚਪਨ ਤੋਂ, ਬਾਲ ਤੋਂ ਜਵਾਨੀ ਆ ਗਈ, ਜਵਾਨੀ ਤੋਂ ਵਡੇਪਾ ਆ ਗਿਆ। ਹੁਣ ਇਸ ਤੋਂ ਅੱਗੇ ਤੇ ਜਾਇਆ ਹੀ ਨਹੀਂ ਜਾਣਾ, ਬਜ਼ੁਰਗੀ ਤੋਂ ਅੱਗੇ ਤੇ ਜਾਇਆ ਹੀ ਨਹੀਂ ਜਾਣਾ। ਕਾਲ ਅਹੇਰੀ ਫਿਰੈ ਬਦਕ ਜਿਉ ਕਹੋ ਕਵਣ ਬਿਦ ਕੀਜੈ। ਕੋਈ ਤਰੀਕਾ ਅਪਣਾਇਆ ਹੈ। ਹੁਣ ਬੰਦਾ ਸੋਚੇ ਵੀ ਮਰ ਤੇ ਸਭ ਨਹੀਂ ਜਾਣਾ ਹੈ, ਚਲੇ ਤੇ ਸਭ ਨਹੀਂ ਜਾਣਾ ਹੈ। ਇਸ ਸੰਸਾਰ ਦੇ ਵਿੱਚੋਂ ਰਾਮ ਗਇਓ ਰਾਵਣ ਗਇਓ, ਜਾਕੋ ਬਹੁ ਪਰਿਵਾਰ। ਸਤਿਗੁਰ ਨੇ ਸਾਨੂੰ ਬਾਣੀ ਅੰਦਰ ਸਮਝਾਇਆ ਹੈ, ਜਿਹੜੇ ਪਰਮੇਸ਼ਵਰ ਦੇ ਅਵਤਾਰ ਹੋਏ ਉਹ ਵੀ ਸੰਸਾਰ ਤੋਂ ਚਲੇ ਗਏ, ਤੇ ਜਿਹੜੇ ਬਦੀ ਦੇ ਰਸਤੇ ਤੇ ਚੱਲਣ ਵਾਲੇ ਬੁਰੇ ਲੋਕ ਹਨ, ਚਲੇ ਉਹਨਾਂ ਨੇ ਵੀ ਜਾਣਾ ਹੈ। ਫਿਰ ਭਗਤੀ ਦਾ ਕੀ ਪ੍ਰਥਾਏ ਹੈ, ਫਿਰ ਪਰਮੇਸ਼ਵਰ ਦਾ ਸਿਮਰਨ ਕਰਨ ਦਾ ਕੀ ਲਾਭ ਹੈ। ਤੇ ਉਹਦੇ ਵਾਸਤੇ ਫਿਰ ਸਤਿਗੁਰ ਕਹਿੰਦੇ ਜਿਨ੍ਹਾਂ ਨੇ ਭਗਤੀ ਕੀਤੀ ਹੈ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਸਿਮਰਿਆ ਹੈ, ਉਹ ਇਸ ਲੋਕ ਦੇ ਵਿੱਚ ਵੀ ਸੋਭਾ ਪਾਉਂਦੇ ਹਨ ਤੇ ਪਰਲੋਕ ਦੇ ਵਿੱਚ ਵੀ ਉਹਨਾਂ ਦਾ ਸਤਿਕਾਰ ਹੁੰਦਾ ਹੈ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪਹਿ ਮੇਲੇ। ਭਗਤੀ ਦਾ ਫਲ ਇਹ ਹੈ, ਭਗਤੀ ਦਾ ਫਲ ਹੈ ਰੇ ਰੇ ਦਰਗਹਿ ਕਹਿ ਨਾ ਕੋਊ, ਆਓ ਬੈਠ ਆਦਰ ਸੁਭ ਦੇਉ। ਬਾਣੀ ਪੜ੍ਹਨ ਦਾ ਕੀ ਫਲ ਹੈ? ਬੰਦਾ ਸੋਚਦਾ ਹੈ ਜਿਹੜਾ ਬਾਣੀ ਪੜ੍ਹਦਾ ਹੈ ਉਹ ਵੀ ਦੁਖੀ ਹੈ, ਜਿਹੜਾ ਨਹੀਂ ਪੜ੍ਹਦਾ ਉਹ ਵੀ ਦੁਖੀ ਹੈ। ਪਰ ਜਿਹੜਾ ਬਾਣੀ ਪੜ੍ਹਦਾ ਹੈ ਉਹਨੂੰ ਦੁੱਖ ਦੀ ਵੀ ਸਾਰ ਹੈ। ਉਹਨੂੰ ਪਤਾ ਹੈ ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਣਾ ਮੈਂ ਨਾਹੀ, ਜਾਹੋਂ ਕਰੀ ਨਾ ਹੋਈ। ਉਹਨੂੰ ਦੁੱਖ ਦੀ ਸਾਰ ਹੈ, ਉਹ ਦੁੱਖ ਦੇ ਵਿੱਚ ਵਿਆਕੁਲ ਨਹੀਂ ਹੋਵੇਗਾ। ਦੁੱਖ ਜ਼ਰੂਰ ਹੈ ਉਹਦੇ ਸਰੀਰ ਦੇ ਉੱਤੇ ਵੀ, ਉਹਦੇ ਜੀਵਨ ਦੇ ਵਿੱਚ ਵੀ, ਪਰ ਉਸ ਨੂੰ ਪਤਾ ਹੈ ਇਸ ਦੁੱਖ ਦਾ ਕਾਰਨ ਕੀ ਹੈ ਅਤੇ ਇਸ ਦੁੱਖ ਦੀ ਨਿਰਵਿਰਤੀ ਕੀ ਹੈ। ਕਾਰਨ ਅਤੇ ਨਿਰਵਿਰਤੀ ਨੂੰ ਗੁਰਮੁਖ ਜਾਣਦਾ ਹੈ, ਇਸ ਕਰਕੇ ਉਹ ਦੁੱਖ ਸੁੱਖ ਤੋਂ ਨਿਰਲੇਪ ਰਹਿੰਦਾ ਹੈ। ਦੇਖਣ ਦੇ ਵਿੱਚ ਤੇ ਉਹ ਵੀ, ਉਹਦੇ ਤੇ ਵੀ ਕਸ਼ਟ ਹੋ ਸਕਦਾ ਹੈ, ਗੁਰਮੁਖ ਵੀ ਗਰੀਬ ਹੋ ਸਕਦਾ ਹੈ, ਬਿਮਾਰ ਹੋ ਸਕਦਾ ਹੈ, ਲੇਕਿਨ ਉਹ ਆਪਣੀ ਗਰੀਬੀ ਦਾ, ਆਪਣੀ ਬਿਮਾਰੀ ਦਾ ਦੋਸ਼ ਕਿਸੇ ਹੋਰ ਦੇ ਉੱਤੇ ਨਹੀਂ ਮੜਦਾ। ਜਿਵੇਂ ਆਮ ਮਨਮੁਖ ਮਨੁੱਖ ਸੰਸਾਰ ਦੇ ਉੱਤੇ ਆਪਣੀ ਗਰੀਬੀ ਦਾ, ਆਪਣੇ ਦੁੱਖ ਦਾ, ਆਪਣੇ ਕਸ਼ਟ ਦਾ ਦੋਸ਼ ਹਮੇਸ਼ਾ ਦੂਸਰੇ ਤੇ ਮੜਦਾ ਰਹਿੰਦਾ ਹੈ, ਪਰਮਾਤਮਾ ਤੱਕ ਤੇ ਮੜ ਦਿੰਦਾ ਹੈ। ਅਣਜਾਣ ਮਨੁੱਖ ਪਰਮਾਤਮਾ ਨੂੰ ਵੀ ਦੋਸ਼ ਦੇ ਦਿੰਦਾ ਹੈ ਵੀ ਪਰਮਾਤਮਾ ਦਾ ਦੋਸ਼ ਹੈ। ਪਰ ਜਿਨ੍ਹਾਂ ਨੇ ਗੁਰੂ ਦੀ ਬਾਣੀ ਨੂੰ ਪੜ੍ਹਿਆ ਹੈ, ਸਮਝਿਆ ਹੈ, ਵਿਚਾਰਿਆ ਹੈ, ਉਹਨਾਂ ਨੂੰ ਪਤਾ ਹੈ ਦੱਦੈ ਦੋਸ਼ ਨਾ ਦਿਓ ਕਿਸੈ,
ਦੋਸ਼ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਪਰਮਾਤਮਾ ਸਾਡਾ ਲੇਖਾ ਜ਼ਰੂਰ ਲਿਖਵਾਉਂਦਾ ਹੈ, ਪਰ ਪਰਮਾਤਮਾ ਲੇਖਾ ਉਹ ਲਿਖਵਾਉਂਦਾ ਹੈ ਜੋ ਅਸੀਂ ਕਰਮ ਕਰਦੇ ਹਾਂ, ਜੋ ਆਪਣੀ ਸਮਝ ਬੂਝ ਦੇ ਨਾਲ ਮਨੁੱਖ ਕਰਮ ਕਰਦਾ ਹੈ। ਇਸੇ ਕਰਕੇ ਪਰਮੇਸ਼ਵਰ ਨੇ ਗੁਰੂ ਨੂੰ ਸੰਸਾਰ ਤੇ ਪ੍ਰਗਟ ਕੀਤਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਭੁੱਲਿਆਂ ਹੋਇਆਂ ਨੂੰ ਮਾਰਗ ਦਿਖਾਉਣ ਵਾਸਤੇ ਆਏ ਹਨ। ਭੁੱਲੇ ਮਾਰਗ ਜਿਨਹੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਬਲਿਹਾਰੀ ਗੁਰ ਆਪਣੇ, ਦਿਉਹਾਰੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ। ਮਨੁੱਖਤਾ ਨੂੰ ਕਲਿਆਣਕਾਰੀ ਸਵਰੂਪ ਦੇਣ ਵਾਸਤੇ ਗੁਰੂ ਸਾਹਿਬ ਜੀ ਦੀ ਆਮਦ ਹੋਈ ਹੈ। ਮਨੁੱਖ ਦੇ ਵਿੱਚ ਮਨੁੱਖੀ ਗੁਣਾਂ ਦਾ ਪ੍ਰਗਟਾਵਾ ਕਰਨ ਵਾਸਤੇ ਗੁਰੂ ਸਾਹਿਬ ਜੀ ਦੀ ਆਮਦ ਹੋਈ ਹੈ। ਗੁਰੂ ਦਾ ਮਕਸਦ ਇਹੀ ਹੈ ਕਿ ਗੁਰੂ ਨੇ ਇਸ ਸੰਸਾਰ ਦੇ ਉੱਤੇ ਜੋ ਪਰਮੇਸ਼ਵਰ ਦੀ ਸੱਤਾ ਹੈ, ਜੋ ਪਰਮੇਸ਼ਵਰ ਦਾ ਹੁਕਮ ਹੈ, ਜੋ ਪਰਮੇਸ਼ਵਰ ਦਾ ਨਿਯਮ ਹੈ, ਉਸ ਨੂੰ ਸਾਡੇ ਸਾਹਮਣੇ ਪ੍ਰਗਟ ਕੀਤਾ ਹੈ ਤੇ ਸਾਨੂੰ ਦੱਸ ਦਿੱਤਾ, ਹੇ ਭਾਈ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ, ਝੂਠੇ ਕਰਤ ਦਿਵਾਜਾ। ਸੱਚਾ ਇਨਸਾਨ ਹਮੇਸ਼ਾ ਪਰਮੇਸ਼ਵਰ ਦੀ ਸੱਤਾ ਦੇ ਹੇਠਾਂ ਰਹਿੰਦਾ ਹੈ। ਉਹ ਜਾਣਦਾ ਹੈ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਤੋਟ ਨ ਆਵਈ, ਅਗਣਤ ਭਰੇ ਭੰਡਾਰ। ਉਹਨੂੰ ਪਤਾ ਹੈ ਪਰਮੇਸ਼ਵਰ ਦੇ ਭੰਡਾਰਿਆਂ ਦਾ ਕੋਈ ਅੰਤ ਨਹੀਂ ਹੈ। ਦੁਨਿਆਵੀ ਰਾਜਿਆਂ ਕੋਲ ਚੀਜ਼ਾਂ ਦਾ ਭੰਡਾਰਿਆਂ ਦਾ ਮੁੱਕ ਸਕਦੀਆਂ ਹਨ ਵਸਤੂਆਂ, ਪਰ ਪਰਮੇਸ਼ਵਰ ਦੀਆਂ ਵਸਤੂਆਂ ਕਦੇ ਖਤਮ ਨਹੀਂ ਹੋਣ ਵਾਲੀਆਂ। ਇਸੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਬਦ ਜਦੋਂ ਇੱਕ ਗੁਰਸਿੱਖ ਪੜ੍ਹਦਾ ਹੈ, ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਕਾ ਕਛੂ ਨਾ ਮੋਲ, ਭਰੇ ਭੰਡਾਰ ਅਖੋਟ ਅਤੋਲ, ਖਾਵਹਿ ਖਰਚਹਿ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਇੱਕ ਗੁਰਮੁਖ ਪਿਆਰਾ, ਇੱਕ ਗੁਰੂ ਦਾ ਸਿੱਖ ਜਿਹਨੇ ਗੁਰੂ ਦੀ ਬਾਣੀ ਨੂੰ ਪੜ੍ਹਿਆ ਹੈ, ਉਹ ਕਦੇ ਦੂਸਰੇ ਦੇ ਨਾਲ ਕੰਪੀਟੀਸ਼ਨ ਨਹੀਂ ਕਰਦਾ। ਉਹ ਇਹ ਨਹੀਂ ਚਾਹੁੰਦਾ ਕਿ ਦੂਸਰੇ ਨੂੰ ਨਾ ਮਿਲੇ, ਸਭ ਕੁਝ ਮੈਨੂੰ ਹੀ ਮਿਲ ਜਾਏ, ਸਾਰਾ ਕੁਝ ਮੇਰੇ ਕੋਲ ਹੀ ਹੋਵੇ। ਜਦੋਂ ਕਿ ਦੁਨਿਆਵੀ ਤੌਰ ਤੇ ਤੁਸੀਂ ਦੇਖੋ, ਮਨੁੱਖ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਾਇਦਾਦ ਸਿਰਫ ਮੇਰੇ ਕੋਲ ਹੋਵੇ, ਗਵਾਂਢੀ ਕੋਲ ਨਾ ਹੋਵੇ, ਰੁਪਈਆ ਪੈਸਾ ਸਿਰਫ ਮੇਰੇ ਕੋਲ ਹੋਵੇ, ਪੜੋਸੀ ਕੋਲ ਨਾ ਹੋਵੇ। ਲੇਕਿਨ ਗੁਰਮੁਖ ਅਰਦਾਸ ਕਰਦਾ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਪਰਮੇਸ਼ਰ ਮੇਰਾ ਵੀ ਤੇ ਸਾਰਿਆਂ ਦਾ ਵੀ ਭਲਾ, ਸਾਰਿਆਂ ਦੇ ਭਲੇ ਦੇ ਵਿੱਚ ਹੀ ਮੇਰਾ ਭਲਾ ਹੈ। ਇਹ ਗੁਰਮੁਖ ਦਾ ਉਪਦੇਸ਼ ਸਾਨੂੰ ਸਤਿਗੁਰ ਨੇ ਬਖਸ਼ਿਸ਼ ਕੀਤਾ। ਸੋ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਹਾ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਬਚਪਨ ਤੋਂ ਲੈ ਕੇ ਬੁਢੇਪੇ ਤੱਕ ਮਨੁੱਖ ਪਰਮੇਸ਼ਵਰ ਤੋਂ ਦੂਰ ਰਹਿੰਦਾ ਹੈ, ਕਿਉਂਕਿ ਉਹਦੇ ਉੱਤੇ ਮਾਇਆ ਦਾ ਪ੍ਰਭਾਵ ਹੈ। ਇਸ ਮਾਇਆ ਨੂੰ ਵੀ ਸਾਨੂੰ ਸਤਿਗੁਰ ਨੇ ਹੀ ਸਮਝਾਇਆ ਹੈ। ਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਸਮਝ ਵਿੱਚ ਨਹੀਂ ਆਉਂਦੀ। ਗੁਰੂ ਸਾਹਿਬ ਜੀ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ, ਗਿਆਨੀ ਕੀ ਹੋਏ ਵਰਤੀ ਦਾਸ, ਕਰ ਜੋੜੇ ਸੇਵਾ ਕਰੇ ਅਰਦਾਸ, ਜੋ ਤੂੰ ਕਹੇ ਸੋ ਕਾਰ ਕਮਾਵਾਂ, ਨਾਨਕ ਗੁਰਮੁਖ ਜਨ ਨਾਨਕ ਗੁਰਮੁਖ ਨੇੜ ਨਾ ਆਵਾਂ। ਗੁਰਮੁਖਾਂ ਦੇ ਨੇੜੇ ਨਹੀਂ ਆ ਸਕਦੀ। ਜੋ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿੰਦੇ ਹਨ, ਜੋ ਗੁਰਬਾਣੀ ਨੂੰ ਪੜ੍ਹਦੇ ਹਨ, ਉਹਨਾਂ ਨੂੰ ਸੋਝੀ ਆ ਜਾਂਦੀ ਹੈ ਇਸ ਗੱਲ ਦੀ। ਗੁਰੂ ਨੇ ਬੜੇ ਵਿਸਥਾਰ ਦੇ ਨਾਲ ਇਸ ਮਾਇਆ ਦਾ ਹੁਕਮ ਜੋ ਅਮਰ ਹੈ ਉਹਦੇ ਬਾਰੇ ਸਾਨੂੰ ਦੱਸਿਆ। ਪਾਤਸ਼ਾਹ ਕਹਿੰਦੇ, ਮਾਏ ਬਾਪ ਪੂਤ ਹਿਤ ਭਰਾਤਾ, ਉਨ ਘਰ ਘਰ ਮੇਲਿਓ ਦੂਆ, ਕਿਸ ਹੀ ਵਾਦ ਘਾਟ ਕਿਸ ਹੀ ਪੈ, ਸਗਰੇ ਲਰ ਲਰ ਮੂਆ। ਹਉ ਬਲਿਹਾਰੀ ਸਤਿਗੁਰ ਆਪਣੇ, ਜਿਨ ਇਹੋ ਚਲਤ ਦਿਖਾਇਆ, ਗੁੱਜੀ ਭਾਹੇ ਜਲੇ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਭਗਤਾਂ ਦੇ ਉੱਤੇ ਮਾਇਆ ਨਹੀਂ ਵਿਆਪਦੀ, ਗੁਰਮੁਖਾਂ ਦੇ ਉੱਤੇ ਮਾਇਆ ਨਹੀਂ ਵਿਆਪਦੀ। ਗੁੱਜੀ ਅੱਗ ਇੱਕ ਹਰ ਇੱਕ ਦੇ ਹਿਰਦੇ ਵਿੱਚ ਬਲ ਰਹੀ ਹੈ। ਕਿਸੇ ਦੇ ਅੰਦਰ ਈਰਖਾ ਦਾ ਰੂਪ ਧਾਰਨ ਕਰਕੇ, ਕਿਸੇ ਦੇ ਅੰਦਰ ਕ੍ਰੋਧ ਦਾ ਰੂਪ ਧਾਰਨ ਕਰ ਲੈਂਦੀ ਹੈ, ਕਿਸੇ ਦੇ ਅੰਦਰ ਨਿੰਦਿਆ ਬਣ ਜਾਂਦੀ ਹੈ, ਕੋਈ ਵੀ ਰੂਪ ਧਾਰ ਸਕਦੀ ਹੈ, ਬਹੁਤ ਵਿਸਥਾਰਵਾਦੀ ਹੈ। ਇਸੇ ਕਰਕੇ ਸਤਿਗੁਰ ਜੀ ਨੇ ਦੱਸਿਆ, ਮਾਇਆ ਚਿੱਤ ਭਰਮੇਣ, ਇਸ਼ਟ ਮਿਤਰੇਖ ਬਾਂਧਵ। ਕੋਈ ਵੀ ਰੂਪ ਧਾਰਨ ਕਰ ਸਕਦੀ ਹੈ, ਕਿਸੇ ਵੀ ਰੂਪ ਵਿੱਚ ਆ ਸਕਦੀ ਹੈ। ਭਗਤ ਕਬੀਰ ਸਾਹਿਬ ਕਹਿੰਦੇ, ਕਬੀਰ ਆਈ ਮੁਝਹਿ ਪੈ,
ਅਨਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ, ਉਨ ਕੀਨੋ ਆਦੇਸ। ਗੁਰੂ ਰੱਖ ਲੈਂਦਾ ਹੈ। ਜਦੋਂ ਗੁਰੂ ਦਾ ਸ਼ਬਦ ਸਾਡੇ ਹਿਰਦੇ ਵਿੱਚ ਵਸਿਆ ਹੋਵੇ, ਬਾਣੀ ਦਾ ਗੁਰਸਿੱਖ ਪਾਠੀ ਹੋਵੇ, ਨਿਤਨੇਮ ਕਰਦਾ ਹੋਵੇ, ਸਹਿਜ ਪਾਠ ਕਰਦਾ ਹੋਵੇ, ਤੇ ਉਹ ਕਦੇ ਵੀ ਵਿਚਲਿਤ ਨਹੀਂ ਹੋ ਸਕਦਾ। ਉਹ ਨਾ ਦੁੱਖ ਦੇ ਵਿੱਚ ਵਿਚਲਿਤ ਹੋ ਸਕਦਾ ਹੈ, ਨਾ ਕਿਸੇ ਅਭਾਵ ਦੇ ਵਿੱਚ ਵਿਚਲਿਤ ਹੋ ਸਕਦਾ ਹੈ, ਨਾ ਕਿਸੇ ਵੀ ਪ੍ਰਕਾਰ ਦੀ ਪ੍ਰਸਥਿਤੀ ਬਣ ਜਾਵੇ ਤੇ ਉਹ ਵਿਚਲਿਤ ਨਹੀਂ ਹੋ ਸਕਦਾ। ਉਹਨੂੰ ਪਤਾ ਹੈ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਹ ਸਦਾ ਸੰਭਾਲੇ। ਜਿਸ ਮਨੁੱਖ ਦੇ ਕੋਲ ਮੰਨ ਲਓ ਕੋਈ ਮਨੁੱਖ ਯਾਤਰਾ ਤੇ ਜਾ ਰਿਹਾ ਹੈ, ਉਹਨੂੰ ਪਤਾ ਹੈ ਮੇਰੇ ਕੋਲ ਜਿਹੜਾ ਸਾਧਨ ਹੈ ਉਹਦੇ ਵਿੱਚ ਬ੍ਰੇਕਾਂ ਬਿਲਕੁਲ ਠੀਕ ਲੱਗੀਆਂ ਹੋਈਆਂ ਹਨ, ਤੇ ਜੇ ਅੱਗੇ ਪਤਾ ਹੋਵੇ ਵੀ ਕੋਈ ਟੋਇਆ ਹੈ, ਟਿੱਬਾ ਹੈ ਜਾਂ ਮੋੜ ਹੈ, ਤੇ ਉਹਨੂੰ ਪਤਾ ਹੈ ਮੈਂ ਇੱਥੋਂ ਸੌਖਾ ਹੀ ਲੰਘ ਜਾਣਾ ਹੈ, ਮੈਂ ਇੱਥੋਂ ਲੰਘ ਸਕਦਾ ਹਾਂ, ਕਿਉਂਕਿ ਉਹਨੇ ਤਿਆਰੀ ਕੀਤੀ ਹੋਈ ਹੈ। ਇਸੇ ਤਰ੍ਹਾਂ ਜੀਵਨ ਦੇ ਸਫ਼ਰ ਦੇ ਵਿੱਚ ਜਿਹੜਾ ਮਨੁੱਖ ਤਿਆਰੀ ਕਰ ਲੈਂਦਾ ਹੈ, ਉਹ ਨਾ ਬਚਪਨ ਦੇ ਵਿੱਚ ਠੋਕਰਾਂ ਖਾਂਦਾ ਹੈ, ਨਾ ਜਵਾਨੀ ਦੇ ਵਿੱਚ ਠੋਕਰਾਂ ਖਾਂਦਾ ਹੈ, ਨਾ ਬੁਢੇਪੇ ਦੇ ਵਿੱਚ ਠੋਕਰਾਂ ਖਾਂਦਾ ਹੈ। ਪਰ ਜਿਸ ਨੇ ਤਿਆਰੀ ਨਹੀਂ ਕੀਤੀ, ਜਿਸ ਨੂੰ ਸਮਝ ਨਹੀਂ ਹੈ, ਉਹਦਾ ਬਚਪਨ ਵੀ ਅਜਾਈਂ ਗੁਜ਼ਰ ਗਿਆ, ਉਹਦੀ ਜਵਾਨੀ ਵੀ ਠੋਕਰਾਂ ਦੇ ਵਿੱਚ ਗੁਜ਼ਰ ਗਈ, ਤੇ ਬੁਢੇਪਾ ਵੀ ਉਹਦਾ ਦੁੱਖਾਂ ਦੇ ਵਿੱਚ ਹੀ ਗੁਜ਼ਰ ਜਾਂਦਾ ਹੈ। ਸੋ ਇਸ ਪ੍ਰਕਾਰ ਸਤਿਗੁਰ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਭਾਈ ਬਾਲ ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ। ਤੇ ਇਸ ਤੋਂ ਅੱਗੇ ਪਾਤਸ਼ਾਹ ਕਹਿੰਦੇ, ਪਰਮੇਸ਼ਵਰ ਦੇ ਭਜਨ ਤੋਂ ਬਿਨਾ ਕਹੋ ਨਾਨਕ ਹਰ ਭਜਨ ਬਿਨ, ਬਿਰਥਾ ਸਭ ਹੀ ਮਾਨ। ਜੇ ਪਰਮਾਤਮਾ ਦਾ ਭਜਨ ਨਹੀਂ ਹੈ ਤੇ ਸਭ ਵਿਅਰਥ ਹੋਣ ਵਾਲਾ ਹੈ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ। ਜਿਸ ਨੂੰ ਕਰਨ ਵਾਸਤੇ ਤੂੰ ਆਇਆ ਸੀ ਉਹ ਤੇ ਕੀਤਾ ਨਹੀਂ ਹੈ। ਪਰਿਓ ਲੋਭ ਕੈ ਫੰਦ। ਲੋਭ ਤੋਂ ਆਦ ਲੈ ਕਰਕੇ ਅਸੀਂ ਲੋਭ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਕਿਉਂਕਿ ਲੋਭ ਇੱਥੇ ਇਕੱਲਾ ਲਿਖਿਆ ਹੈ, ਬਾਣੀ ਕਾਵ ਦਾ ਵਿਸ਼ਾ ਹੈ। ਕਾਵ ਦਾ ਵਿਸ਼ਾ ਹੋਣ ਕਰਕੇ ਸ਼ਬਦ ਮਾਤਰਾ ਦੇ ਅੱਖਰ ਨੂੰ ਜੋ ਹੈ ਉਹ ਨਾਪ ਤੋਲ ਕੇ ਸਤਿਗੁਰ ਜੀ ਨੇ ਇੱਥੇ ਲਿਖਿਆ ਹੈ। ਇੱਥੇ ਲੋਭ ਦਾ ਅਰਥ ਸਿਰਫ ਇਕੱਲਾ ਲੋਭ ਨਹੀਂ ਹੈ, ਉਹ ਪੰਜੇ ਵਿਕਾਰ ਹਨ ਜਿਨ੍ਹਾਂ ਦੀ ਫਾਹੀ ਮਨੁੱਖ ਨੂੰ ਪਈ ਰਹਿੰਦੀ ਹੈ। ਸੋ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ ਕਿ ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ। ਤੇ ਤੈਨੂੰ ਲੋਭ ਆਦਿਕ ਨੇ ਆਪਣੀ ਫਾਹੀ ਪਾਈ ਹੋਈ ਹੈ। ਕਿਸੇ ਨੂੰ ਲੋਭ ਨੇ ਫਾਹੀ ਪਾਈ ਹੈ, ਕਿਸੇ ਨੂੰ ਕ੍ਰੋਧ ਨੇ ਪਾਈ ਹੈ, ਕਿਸੇ ਨੂੰ ਕਾਮ ਨੇ ਪਾਈ ਹੈ। ਇਸ ਪ੍ਰਕਾਰ ਇਹਨਾਂ ਪੰਜਾਂ ਵਿਕਾਰਾਂ ਦੇ ਵਿੱਚ ਮਨੁੱਖੀ ਜੀਵਨ ਜੋ ਹੈ ਉਹ ਫਸਿਆ ਰਹਿੰਦਾ ਹੈ, ਤੇ ਜੋ ਕਰਨ ਵਾਲਾ ਹੈ ਉਹ ਨਹੀਂ ਕਰਦਾ। ਕਰਨਾ ਹੈ ਪਰਮੇਸ਼ਵਰ ਦਾ ਸਿਮਰਨ, ਕਰਨੀ ਹੈ ਸੇਵਾ, ਕਰਨਾ ਹੈ ਪਰਉਪਕਾਰ, ਕਰਨੀ ਹੈ ਬੰਦਗੀ, ਪਰ ਉਹ ਤੇ ਕਰ ਨਹੀਂ ਰਿਹਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ, ਇਸ ਸੰਸਾਰ ਵਿੱਚ ਮਨੁੱਖ ਸਿਮਰਨ ਦੇ ਵਾਸਤੇ ਆਇਆ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਪਰ ਸਿਮਰਨ ਕੌਣ ਕਰ ਰਿਹਾ ਹੈ? ਚਾਹੇ ਜਿੰਨਾ ਮਰਜ਼ੀ ਕਲੇਸ਼ ਹੋਵੇ, ਪਰ ਮਨੁੱਖ ਕਹਿੰਦਾ ਹੈ ਪਹਿਲਾਂ ਕਲੇਸ਼ ਮਿਟੇਗਾ ਫਿਰ ਮੈਂ ਸਿਮਰਨ ਕਰਾਂਗਾ। ਦੁਖੀ ਮਨੁੱਖ ਕਹਿੰਦਾ ਹੈ ਪਹਿਲਾਂ ਦੁੱਖ ਮਿਟ ਜਾਏ ਫਿਰ ਮੈਂ ਸਿਮਰਨ ਕਰਾਂਗਾ। ਗਰੀਬ ਸੋਚਦਾ ਹੈ ਪਹਿਲਾਂ ਗਰੀਬੀ ਹਟੇਗੀ ਫਿਰ ਮੈਂ ਸਿਮਰਨ ਕਰਾਂਗਾ। ਤੇ ਪ੍ਰਮਾਤਮਾ ਕਹਿੰਦਾ ਵੀ ਪਹਿਲਾਂ ਸਿਮਰਨ ਕਰ, ਫਿਰ ਗਰੀਬੀ ਵੀ ਮਿਟ ਜਾਏਗੀ, ਫਿਰ ਦੁੱਖ ਵੀ ਮਿਟ ਜਾਣਗੇ, ਤੇ ਫਿਰ ਪਰੇਸ਼ਾਨੀਆਂ ਵੀ ਮਿਟ ਜਾਣਗੀਆਂ। ਕਿਉਂਕਿ ਪਹਿਲਾਂ ਬੀਜ ਹੈ ਫਿਰ ਫਸਲ ਹੈ। ਪਹਿਲਾਂ ਬੀਜ ਬੀਜਣਾ ਪਵੇਗਾ, ਫਸਲ ਫਿਰ ਪ੍ਰਾਪਤ ਹੋਵੇਗੀ। ਇਸ ਕਰਕੇ ਜਦੋਂ ਮਨੁੱਖ ਕੋਈ ਗਰੀਬ ਹੈ, ਕੋਈ ਰੋਗੀ ਹੈ, ਜਾਂ ਕੋਈ ਕਿਸੇ ਤਰ੍ਹਾਂ ਦੇ ਨਾਲ ਪਰੇਸ਼ਾਨ ਹੈ, ਜਦੋਂ ਸੰਗਤ ਵਿੱਚ ਆਉਂਦਾ ਹੈ, ਸੰਗਤ ਵਿੱਚ ਬੈਠ ਕੇ ਗੁਰੂ ਦਾ ਸ਼ਬਦ ਹਿਰਦੇ ਵਿੱਚ ਵਸਾਉਂਦਾ ਹੈ, ਤੇ ਉਹ ਬੀਜ ਬੀਜ ਰਿਹਾ ਹੈ। ਤੇ ਉਸ ਬੀਜ ਦੀ ਫਸਲ ਜਦੋਂ ਉਸ ਨੂੰ ਮਿਲੇਗੀ, ਉਸ ਫਸਲ ਦੇ ਵਿੱਚੋਂ ਹੀ ਫਿਰ ਉਹਦੀਆਂ ਖੁਸ਼ੀਆਂ, ਉਹਦੀ ਅਮੀਰੀ ਤੇ ਉਹਦੀਆਂ ਪਰੇਸ਼ਾਨੀਆਂ ਦਾ ਹੱਲ ਨਿਕਲਦਾ ਹੈ। ਸੋ ਪਹਿਲਾਂ ਸੰਗਤ ਜ਼ਰੂਰੀ ਹੈ, ਪਹਿਲਾਂ ਸੰਗਤ ਕਰਨੀ। ਸੰਗਤ ਕਰਕੇ ਪਰਮੇਸ਼ਵਰ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਣ ਦੇ ਨਾਲ ਹੀ ਸਾਰੇ ਦੁੱਖ ਦੂਰ ਹੁੰਦੇ ਹਨ। ਪਰ ਮਨੁੱਖ ਸੋਚਦਾ ਹੈ ਕਿ ਫਿਰ ਗੁਰੂ ਘਰ ਜਾਵਾਂਗਾ, ਪਹਿਲਾਂ ਮੇਰੀ ਮੁਸ਼ਕਲ ਦਾ ਹੱਲ ਹੋ ਜਾਏ, ਪਹਿਲਾਂ ਮੇਰਾ ਦੁੱਖ ਕੱਟਿਆ ਜਾਏ, ਪਹਿਲਾਂ ਪਰਮੇਸ਼ਵਰ ਕੁਛ ਕਰੇ ਫਿਰ ਮੈਂ ਕੁਛ ਕਰਾਂਗਾ। ਪਰ ਸਤਿਗੁਰ ਕਹਿੰਦੇ ਐਸਾ ਨਹੀਂ ਹੋ ਸਕਦਾ। ਪਹਿਲਾਂ ਫਸਲ ਨਹੀਂ ਹੁੰਦੀ, ਪਹਿਲਾਂ ਬੀਜ ਹੁੰਦਾ ਹੈ, ਫਿਰ ਫਸਲ ਉੱਗਦੀ ਹੈ। ਇਸ ਕਰਕੇ ਪਹਿਲ ਮਨੁੱਖ ਨੂੰ ਹੀ ਕਰਨੀ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ,
ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਪਹਿਲਾਂ ਇੱਕ ਪੈਰ ਆਪ ਤੇ ਪੁੱਟੀਏ, ਫਿਰ ਪਰਮੇਸ਼ਰ ਕੋਟ ਪੈਂਡਾ ਕਰਕੇ ਆਪਣੇ ਜਨ ਨੂੰ ਆਪ ਲੈ ਸਕਦਾ ਹੈ, ਲੈਣ ਆਉਂਦਾ ਹੈ। ਸੋ ਸਤਿਗੁਰ ਕਹਿੰਦੇ ਕਰਨੋ ਹੁਤੋ ਸੋ ਨਾ ਕੀਓ। ਜੋ ਕਰਨ ਵਾਸਤੇ ਤੂੰ ਆਇਆ ਸੈਂ ਉਹ ਤੇ ਤੂੰ ਕੀਤਾ ਨਹੀਂ ਹੈ, ਪਰ ਉਹ ਲੋਭ ਕੈ ਫੰਦ, ਤੇ ਲੋਭ ਆਦਿਕ ਦੇ ਵਿੱਚ ਫਸਿਆ ਹੋਇਆ ਹੈ। ਜਿਉਂ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣਈ ਭਖ ਅਭਖ ਸਭ ਖਾਏ। ਲੋਭ ਲਹਿਰ ਅਤ ਨਿਜਰ ਬਾਜੈ, ਕਾਇਆ ਡੂਬੈ ਕੇਸਵਾ, ਸੰਸਾਰ ਸਮੁੰਦੈ ਤਾਰ ਗੋਬਿੰਦੈ, ਤਾਰ ਲੈ ਬਾਪ ਬੀਠਲਾ। ਭਗਤ ਸਹਿਬਾਨ ਜਿਨ੍ਹਾਂ ਨੂੰ ਸੋਝੀ ਆ ਗਈ, ਉਹਨਾਂ ਨੇ ਕਿਹਾ ਹੈ ਪਰਮੇਸ਼ਰ, ਲੋਭ ਆਦਿਕ ਦੀਆਂ ਜੋ ਲਹਿਰਾਂ ਹਨ ਇਸ ਮਨ ਦੇ ਅੰਦਰ ਉੱਠਦੀਆਂ ਹੀ ਰਹਿੰਦੀਆਂ ਹਨ, ਇਸ ਕਰਕੇ ਤੁਸੀਂ ਕਿਰਪਾ ਕਰੋ, ਰਹਿਮਤ ਕਰੋ ਤੇ ਸਾਡੀ ਬਾਂਹ ਪਕੜ ਲਵੋ, ਸਾਨੂੰ ਇਸ ਸੰਸਾਰ ਸਮੁੰਦਰ ਤੋਂ ਬਾਹਰ ਕੱਢ ਲਵੋ। ਸੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਕਿ ਹੇ ਭਾਈ, ਜੋ ਕਰਨ ਵਾਸਤੇ ਤੂੰ ਆਇਆ ਹੈ ਉਹ ਕਰ ਨਹੀਂ ਰਿਹਾ। ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਵਤ ਅੰਧ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ, ਸਮਿਓ ਰਮ ਗਇਓ, ਸਮਿਆਂ ਤੇ ਰਮਦਾ ਹੀ ਜਾ ਰਿਹਾ ਹੈ, ਬਤੀਤ ਹੁੰਦਾ ਜਾ ਰਿਹਾ ਹੈ। ਇੱਕ ਇੱਕ ਸਵਾਸ, ਇੱਕ ਇੱਕ ਪਲ ਜੋ ਸਾਡੀ ਜ਼ਿੰਦਗੀ ਦਾ ਗੁਜ਼ਰ ਰਿਹਾ ਹੈ, ਦੁਬਾਰਾ ਪਰਤ ਕੇ ਨਹੀਂ ਆਵੇਗਾ, ਦੁਬਾਰਾ ਪਰਤ ਕੇ ਨਹੀਂ ਆਵੇਗਾ। ਨਾ ਇਹ ਪਲ ਪਰਤ ਕੇ ਆਵੇਗਾ, ਨਾ ਸਵਾਸ ਪਰਤ ਕੇ ਆਵੇਗਾ। ਇਸ ਕਰਕੇ ਸਤਿਗੁਰ ਕਹਿੰਦੇ, ਜਿਵੇਂ ਟੁੱਟੇ ਹੋਏ ਘੜੇ ਦੇ ਵਿੱਚੋਂ ਪਾਣੀ ਬੂੰਦ ਬੂੰਦ ਕਰਕੇ ਨਿਕਲ ਜਾਂਦਾ ਹੈ, ਇਸੇ ਤਰ੍ਹਾਂ ਜ਼ਿੰਦਗੀ ਦੇ ਸਵਾਸ ਇੱਕ ਇੱਕ ਕਰਕੇ ਮੁੱਕ ਰਹੇ ਹਨ, ਖਤਮ ਹੋ ਰਹੇ ਹਨ। ਨਾਨਕ ਸਮਿਓ ਰਮ ਗਇਓ, ਜਦੋਂ ਸਮਾਂ ਉੱਕਾ ਹੀ ਬਤੀਤ ਹੋ ਗਿਆ, ਜਦੋਂ ਸਭ ਕੁਝ ਹੱਥੋਂ ਨਿਕਲ ਗਿਆ, ਜਦੋਂ ਨੈਣਾਂ ਦੇ ਵਿੱਚੋਂ ਜੋਤ ਵੀ ਜਵਾਬ ਦੇ ਗਈ, ਕੰਨਾਂ ਦੇ ਵਿੱਚੋਂ ਸੁਣਨ ਦੀ ਤਾਕਤ ਮੁੱਕ ਗਈ, ਜਦੋਂ ਪੈਰਾਂ ਦਾ ਚੱਲਣਾ ਰੁਕ ਗਿਆ, ਫਿਰ ਤੇਰੇ ਤੋਂ ਭਜਨ ਨਹੀਂ ਹੋਵੇਗਾ, ਸੰਗਤ ਨਹੀਂ ਹੋਵੇਗੀ। ਸਮਾਂ ਰਹਿੰਦੇ ਤਿਆਰੀ ਕਰ ਲੈ, ਸਮਾਂ ਰਹਿੰਦੇ ਪਰਮੇਸ਼ਵਰ ਨੂੰ ਸਿਮਰਨਾ ਕਰ, ਸਮਾਂ ਰਹਿੰਦੇ ਪਰਮੇਸ਼ਵਰ ਦੀ ਉਸਤਤ ਕਰ, ਵਡਿਆਈ ਕਰ, ਜਿਸ ਨੂੰ ਕਰਨ ਦੇ ਵਾਸਤੇ ਤੂੰ ਆਇਆ ਹੋਇਆ ਹੈ, ਜਿਸ ਨੂੰ ਕਰਨ ਦੇ ਵਾਸਤੇ ਪਰਮਾਤਮਾ ਨੇ ਤੈਨੂੰ ਜੀਵਨ ਦਿੱਤਾ ਹੈ। ਸਮਾਂ ਰਹਿੰਦੇ ਤੂੰ ਜਪਿਆ ਕਰ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। 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 ਇਸ ਕਰਕੇ ਪਾਤਸ਼ਾਹ ਕਹਿੰਦੇ, ਸਮਾਂ ਬਤੀਤ ਹੋ ਜਾਏ ਉਸ ਤੋਂ ਪਹਿਲਾਂ ਵਕਤ ਦੀ ਸੰਭਾਲ ਕਰ ਲੈ ਭਾਈ, ਨਹੀਂ ਤੇ ਫਿਰ ਹਮੇਸ਼ਾ ਸੰਸਾਰ ਦੇ ਉੱਤੇ ਜੋ ਜੀਵ ਪਰਮੇਸ਼ਵਰ ਦਾ ਸਿਮਰਨ ਨਹੀਂ ਕਰਦੇ ਉਹਨਾਂ ਨੂੰ ਪਛਤਾਵਾ ਹੀ ਹੁੰਦਾ ਹੈ। ਸੋ ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈ ਹੈ। ਫਰੀਦਾ ਜਿੰਨੀ ਕਮੀ ਨਾਹੇ ਗੁਣ, ਤੇ ਕੰਬੜੇ ਵਿਸਾਰ, ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਸੋ ਜੋ ਕਰਨ ਵਾਸਤੇ ਜੀਵਨ ਮਿਲਿਆ ਹੈ ਉਹ ਕਰਮ ਕਰਨਾ ਹੈ। ਜਿਸ ਨੂੰ ਕਰਨ ਤੋਂ ਸਤਿਗੁਰ ਰੋਕਦੇ ਹਨ ਉਸ ਨੂੰ ਰੋਕਣਾ ਹੈ, ਰੁਕਣਾ ਹੈ। ਸਤਿਗੁਰ ਕਿਰਪਾ ਕਰਨ, ਗੁਰਾਂ ਦਾ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ ਤਾਂ ਕਿ ਸਾਡਾ ਜੀਵਨ ਸਫਲਾ ਹੋ ਸਕੇ। ਇੱਕ ਵਾਰ ਫਿਰ ਆਪ ਸਮੂਹ ਸਾਧ ਸੰਗਤ ਜੀ ਨੂੰ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀਆਂ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਆਗਮਨ ਪ੍ਰਕਾਸ਼ ਪੁਰਬ ਦੀਆਂ ਕੋਟਾਨ ਕੋਟ ਮੁਬਾਰਕਾਂ। ਬਹੁਤ ਬਹੁਤ ਧੰਨਵਾਦ ਸਮੂਹ ਸਾਧ ਸੰਗਤ ਜੀ ਦਾ, ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦਾ, ਸਮੂਹ ਪ੍ਰਬੰਧਕ ਸਹਿਬਾਨ ਦਾ ਕੋਟਾਨ ਕੋਟ ਧੰਨਵਾਦ। ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਬਖਸ਼ੀ ਮਤ ਬੁੱਧ ਸਦਕਾ ਆਪ ਜੀ ਦੇ ਨਾਲ ਵਿਚਾਰ ਸਾਂਝੇ ਕੀਤੇ ਹਨ।
ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ੋ, ਅਸੀਸ ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।